हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। चौपई तहाते गमने गुरु अगारी। नरना उदारना पर उपकारी। जहाँ टिल्ला है बाल गुंदाई। जोगी बहुत रहत तिह ठाई। तहात गमने गुरु अगारी। वाहिगुरु जी का खालसा वाहिगुरु जी की फतेह। धन धन सच्चे पातशाह श्री गुरु नानक देव साहिब जी महाराज। अमृत के दाते साहिब कमाल। धन धन श्री गुरु गोबिंद सिंह साहिब जी महाराज। दसे गुरु साहिबाना दी आत्मक जोत जागदी जोत। चवर छतर सिंघासन तख्त दे मालक। धन धन श्री गुरु ग्रंथ साहिब जी महाराज। सतगुरु जी की साजी नवाजी गुरु रूप गुरु प्यारी साध संगत जीओ। आप जी बहुत ही कर्मां वाले वड्डियां भागां वाले हो जो कि संध्या के समय तो ही श्री गुरु अर्जन देव महाराज जी के पावन पवित्र स्थान विखे हाजरियां भर के लाहे लै रहे हो। इन्हां नेत्रां नूं इस शरीर नूं सफला कर रहे हो। प्रतख गुरु का दर्शन करके सब सिखन को हुक्म है गुरु मान्यो ग्रंथ। गुरु साहिब जी के कीते हुए बचनां नूं सफला कर रहे हो। तो गुरु ग्रंथ साहिब महाराज जी के दर्शन करके अपना साध संगत दी मनोकामनावां भावनावां पूर्ण करदे हो। गुरु साहिब जी के सोहने दरबार दीवान सजे हैं। नितनेम दे नाल जो धन धन श्री गुरु महाराज जी के घर की मर्यादा है। नितनेम श्री रहराज साहिब के जाप होए हैं। गुरु चरनां विच अरदास बेनती होई। पावन पवित्र हुक्मनामे बख्श के गुरु साहिब जी ने निहाल निहाल किया है। इस दे नाल ही जो आपां धन धन श्री गुरु नानक देव सच्चे पातशाह जी महाराज जी का पावन पवित्र इतिहास लड़ीवार रूप में पढ़ सुन रहे हैं। हुण उस कथा का समा होया है। जिवें आप संगत जी ने पिछले दीवानां विच समस तबरेज पीर का जिहड़ा है प्रसंग जो सतगुरु जी ने भाई बाला जी ने सुनाया तो आपां भी उस संगत रूप में सरवण किया। इत्थे मुल्तान तो चल के
ਗਰੀਬ ਨਵਾਜ ਸਤਿਗੁਰੂ ਜੀ ਨਸ਼ਹਿਰੇ ਨਗਰ ਵਿੱਚ ਚਲੇ ਗਏ, ਜਿੱਥੇ ਦਾ ਇੱਕ ਫਕੀਰ ਸਹੁ ਸੁਹਾਗਣ ਪਖੰਡ ਜਿਹਾ ਕਰਕੇ ਅਤੇ ਆਪਣੀ ਵਡਿਆਈ ਮਾਣ ਸਤਿਕਾਰ ਕਰਾਉਂਦਾ ਸੀ, ਅਤੇ ਉਹਦਾ ਪਾਜ ਜਿਹੜਾ ਉਗੜਿਆ। ਜਦੋਂ ਗੁਰੂ ਸਾਹਿਬ ਜੀ ਗਏ, ਬਾਹਰ ਨਾ ਆਇਆ, ਨਾ ਦਰਸ਼ਨ ਦਿੱਤੇ ਨਾ ਕੀਤੇ। ਅਤੇ ਗੁਰੂ ਮਹਾਰਾਜ ਉੱਥੋਂ ਚੱਲ ਪਏ। ਜੇ ਇੱਥੇ ਫਿਰ ਇਹਦੇ ਮੇਲੇ ਵਿੱਚ ਵਾ ਲੜਾਈ ਝਗੜਾ ਜਿਹਾ ਸ਼ੁਰੂ ਹੋ ਗਿਆ, ਲੁੱਟ ਖਸੁੱਟ ਸ਼ੁਰੂ ਹੋ ਗਈ, ਅਤੇ ਇਹਦਾ ਵੀ ਪਾਜ ਉਗੜ ਗਿਆ। ਇਹਨੂੰ ਲੋਕਾਂ ਨੇ ਬੜਾ ਕੁੱਟਿਆ ਮਾਰਿਆ ਸੀ। ਉਦੋਂ ਦਾ ਹੀ ਇਹ ਕਿਸੇ ਪਾਸੇ ਨਾ ਗਿਆ, ਅਤੇ ਨਸ਼ਹਿਰੇ ਨਗਰ ਵਿੱਚ ਹੀ ਉੱਥੇ ਕੀ ਗੇੜੀਆਂ ਕੱਢਦਾ ਰਿਹਾ। ਕੋਈ ਨੇੜੇ ਨਹੀਂ ਆਉਣ ਦਿੰਦਾ, ਸ਼ਰਮਿੰਦਾ ਕਰਦੇ ਆ ਵੀ ਤੂੰ ਇਹੋ ਜਿਹਾ ਪਖੰਡੀ, ਕਰਦਾ ਕੀ ਹੈ, ਕਮਾਉਂਦਾ ਕੀ ਹੈ। ਸ਼ਹਿਰ ਛੱਡ ਕੇ ਨਾ ਗਿਆ। ਸਤਿਗੁਰੂ ਜੀ ਇਹਦੇ 'ਤੇ ਤਰਸ ਕਰਕੇ ਫਿਰ ਦੁਬਾਰਾ ਨਸ਼ਹਿਰੇ ਨਗਰ ਵਿੱਚ ਆਉਂਦਿਆਂ ਚਰਨ ਪਾਏ। ਜਿਸ ਮਾਈ ਦੇ ਘਰ ਪਹਿਲਾਂ ਵਿਸ਼ਰਾਮ ਕੀਤਾ, ਡੇਰਾ ਕੀਤਾ ਸੀ, ਉੱਥੇ ਹੀ ਆਣ ਕੇ ਫੇਰ ਕੀਤਾ। ਅਤੇ ਮਹਾਰਾਜ ਜੀ ਨੇ ਮਾਈ ਨੂੰ ਪੁੱਛਿਆ ਕਿ ਮਾਤਾ, ਚੰਦਰਮਾ ਦੀ ਦੂਸਰੀ ਥਿੱਤ ਵਾਲੇ ਦਿਨ 'ਤੇ ਇੱਥੇ ਨਸ਼ਹਿਰੇ ਨਗਰ ਵਿੱਚ ਬੜੇ ਧੌਂਸੇ ਨਗਾਰੇ ਵੱਜਦੇ ਸੀ। ਉਹ ਜਿਹੜਾ ਫਕੀਰ ਸਹੁ ਸੁਹਾਗਣ ਰਹਿੰਦਾ ਸੀ, ਵੀ ਉਹ ਅੱਜ ਨਹੀਂ ਕੋਈ ਮੇਲਾ ਹੋ ਰਿਹਾ। ਉਹ ਫਕੀਰ ਇੱਥੇ ਰਹਿੰਦਾ ਜਾਂ ਨਹੀਂ ਰਹਿੰਦਾ। ਮਾਤਾ ਜੀ ਨੇ ਦੱਸਿਆ ਵੀ ਮਹਾਰਾਜ ਉਹ ਤਾਂ ਬੜਾ ਪਖੰਡੀ ਸੀ, ਵਿਭਚਾਰੀ ਸੀ, ਝੂਠਾ ਸੀ, ਉਹਦਾ ਪਾਜ ਉਗੜ ਗਿਆ ਅਤੇ ਇਹ ਮੱਕਾਰੀ ਨਿਕਲਿਆ, ਉਹ ਫਰੇਬੀ ਨਿਕਲਿਆ ਹੈ। ਗੁਰੂ ਮਹਾਰਾਜ ਨੂੰ ਤਰਸ ਆਇਆ। ਇਸ ਮਾਤਾ ਦੇ ਘਰ ਦੇ ਬਾਹਰ ਹੀ ਬੈਠੇ ਹੋਏ ਸਨ। ਇਹਨਾਂ ਨੂੰ ਇੱਕ ਲੂਲਾ ਪਿੰਗਲਾ, ਜਿਹਦੇ ਹੱਥ ਨਹੀਂ ਸੀ ਪੂਰੇ, ਚਰਨਾਂ ਤੋਂ ਵੀ ਪੈਰਾਂ ਤੋਂ ਵੀ ਉਹ ਹੈ, ਪੈਰ ਵੀ ਉਹਦੇ ਹੈ ਨਹੀਂ ਸੀ, ਉਹਨੂੰ ਲੂਲਾ ਕਿਹਾ ਜਾਂਦਾ ਜਿਹਦੇ ਹੱਥ ਪੈਰ ਨਾ ਹੋਣ। ਅਤੇ ਇਵੇਂ ਉਹ ਵਿਚਾਰਾ ਲੂਲਾ ਰਿੜ੍ਹਦਾ ਕਿਤੇ ਸਤਿਗੁਰੂ ਜੀ ਜਿੱਧਰ ਬੈਠੇ ਇੱਧਰ ਆ ਗਿਆ। ਜਦੋਂ ਦਰਸ਼ਨ ਕੀਤਾ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਅਤੇ ਗੁਰੂ ਦਾ ਦਰਸ਼ਨ ਕੀਤਿਆਂ ਅਤੇ ਜੰਮਣ ਮਰਨ ਦਾ ਦੁੱਖ ਇਹ ਚਲਿਆ ਜਾਂਦਾ ਹੈ। ਇਹਦਾ ਦੁੱਖ ਸਾਧ ਸੰਗਤ ਦੀ ਲੂਲੇ ਬਣੇ ਦਾ ਚਲਾ ਗਿਆ। ਸੋਹਣੇ ਹੱਥ ਹੋ ਗਏ, ਸੋਹਣੇ ਪੈਰ ਹੋ ਗਏ, ਐ ਬਾਂਕਾ ਜਵਾਨ ਸੋਹਣਾ ਗੱਭਰੂ ਇਹ ਨਿਕਲੇ। ਫਿਰ ਇਹ ਬੜਾ ਪ੍ਰਸੰਨ ਹੋਇਆ, ਗੁਰੂ ਜੀ ਨੂੰ ਮੱਥਾ ਟੇਕਿਆ। ਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਜੇ ਤੈਨੂੰ ਕੋਈ ਪੁੱਛੇ ਨਾ ਵੀ ਤੇਰੇ ਹੱਥ ਪੈਰ ਕਿਵੇਂ ਠੀਕ ਹੋਏ, ਅਤੇ ਤੂੰ ਕਹਿਣਾ ਮੇਰੇ ਹੱਥ ਪੈਰ ਸਹੁ ਸੁਹਾਗਣ ਨੇ ਕੀਤੇ। ਇਹਨੂੰ ਪਤਾ ਨਹੀਂ ਸੀ ਵੀ ਜੋ ਗੁਰੂ ਸਾਹਿਬ ਕਰੇ ਇਹੀ ਸਹੁ ਸੁਹਾਗਣ। ਇਹ ਤਾਂ ਗੁਰੂ ਸਾਹਿਬ ਜੀ ਦਾ ਨਾਮ ਸਮਝ ਕੇ ਸਾਰੇ ਸ਼ਹਿਰ ਦੇ ਵਿੱਚ ਉੱਚੀ ਜਾ ਕੇ ਲੋਕੋ ਮੈਨੂੰ ਸਹੁ ਸੁਹਾਗਣ ਨੇ ਠੀਕ ਕਰ ਦਿੱਤਾ, ਮੈਨੂੰ ਸਹੁ ਸੁਹਾਗਣ ਨੇ ਠੀਕ ਕਰ ਦਿੱਤਾ। ਜਿਹੜਾ ਪੁੱਛੇ ਵੀ ਤੂੰ ਤਾਂ ਲੂਲਾ ਸੀ, ਤੇਰੇ ਹੱਥ ਪੈਰ ਕਿੱਥੋਂ ਆਏ, ਕਹਿੰਦਾ ਸਹੁ ਸੁਹਾਗਣ ਨੇ ਮੈਨੂੰ ਠੀਕ ਕੀਤਾ। ਲੋਕ ਉੱਥੋਂ ਦੇ ਸੁਣ ਕੇ ਹੈਰਾਨ ਵੀ ਇਹੀ ਤੁਹਾਨੂੰ ਕੁੱਟਿਆ ਮਾਰਿਆ ਬੜਾ, ਉਹ ਤਾਂ ਖੰਡੀ ਹੈ, ਅਤੇ ਇਹ ਕਹਿੰਦਾ ਮੈਨੂੰ ਉਹਨੇ ਠੀਕ ਕੀਤਾ। ਬੜੇ ਲੋਕ ਹੈਰਾਨ ਹੋ ਰਹੇ। ਇਵੇਂ ਕਹਿੰਦਾ ਉੱਥੇ ਆ ਗਿਆ ਜਿੱਥੇ ਸਹੁ ਸੁਹਾਗਣ ਬੈਠਾ ਸੀ ਵਿਚਾਰਾ, ਨਿਲੱਜ ਹੋ ਕੇ, ਬੇਸ਼ਰਮ ਜਿਹਾ ਹੋ ਕੇ। ਜਦੋਂ ਇਸ ਮਨੁੱਖ ਦੇ ਮੂੰਹੋਂ ਸੁਣਿਆ ਵੀ ਮੈਨੂੰ ਸਹੁ ਸੁਹਾਗਣ ਨੇ ਠੀਕ ਕੀਤਾ, ਇਹਦੇ ਮਨ 'ਚ ਬੜੀ ਅਸਚਰਜਤਾ ਆਈ ਵੀ ਨਾ ਤਾਂ ਮੇਰਾ ਹੈ ਅਤੇ ਮੈਂ ਤੈਨੂੰ ਠੀਕ ਕੀਤਾ ਨਹੀਂ, ਠੀਕ ਕੀਤਾ ਕਿਹਨੇ। ਅਤੇ ਕਹਿੰਦਾ ਭਾਈ ਮੈਨੂੰ ਉਹਨਾਂ ਦਾ ਦਰਸ਼ਨ ਕਰਾ ਜਿਨ੍ਹਾਂ ਨੇ ਤੇਰੇ 'ਤੇ ਕਿਰਪਾ ਕੀਤੀ, ਮੈਂ ਵੇਖਣਾ ਚਾਹੁੰਦਾ ਹਾਂ। ਉਹ ਨਾਲ ਲੈ ਕੇ ਆ ਗਿਆ। ਜਦੋਂ ਜਿੱਥੇ ਸਤਿਗੁਰੂ ਜੀ ਵਿਰਾਜਮਾਨ ਸਨ, ਜਦੋਂ ਇੱਥੇ ਆਏ ਅਤੇ ਇਹਨੇ ਵੇਖਿਆ ਅਤੇ ਕਹਿੰਦਾ ਉਹ ਮਨਾ, ਇਹ ਤਾਂ ਉਹੀਓ ਦਰਵੇਸ਼ ਫਕੀਰ ਖੁਦਾ ਰੂਪ ਜਿਨ੍ਹਾਂ ਨੂੰ ਤੂੰ ਉਦੋਂ ਮੋੜਿਆ ਸੀ ਵੀ ਮੈਂ ਅੱਜ ਦੇ ਦਿਨ ਖੁਦਾ ਨਾਲ ਗੱਲਾਂ ਕਰਦਾ ਹਾਂ, ਦਰਸ਼ਨ ਕਰਦਾ, ਮੈਂ ਸਹੁ ਸੁਹਾਗਣ ਰੱਬ ਦੀ ਘਰਵਾਲੀ ਹਾਂ।
ਉਹ ਦਰਵੇਸ਼ਾਂ ਨੂੰ ਕਹੋ ਵੀ ਇੱਥੋਂ ਹੀ ਦਰਸ਼ਨ ਕਰਕੇ ਪਿਛਾਂਹ ਮੁੜ ਜਾਓ। ਕਹਿੰਦਾ ਵੀ ਜਿਨ੍ਹਾਂ ਨੂੰ ਮੈਂ ਮੋੜਿਆ ਇਹ ਉਹੀ ਉਹ ਦਰਵੇਸ਼ ਹੈ। ਇਹ ਤਾਂ ਮੇਰੇ ਪਖੰਡ ਨੂੰ ਛਡਾਉਣ ਵਾਸਤੇ ਆਏ ਸਨ ਐਸੇ ਮਹਾਨ। ਇਵੇਂ ਜਾਣ ਕੇ ਚਰਨੀ ਪੈ ਗਿਆ। ਫਿਰ ਬੜੇ ਤਰਲੇ ਲੈਂਦਾ, ਗੁਰੂ ਸਾਹਿਬ ਜੀ ਨੂੰ ਕਹਿੰਦਾ ਮਹਾਰਾਜ ਮੇਰੇ ਕੋਲ ਭੁੱਲ ਗਲਤੀ ਹੋ ਗਈ ਹੈ, ਮੇਰੇ ਔਗਣ ਬਖਸ਼ੋ। ਮੈਂ ਜੋ ਆਪ ਜੀ ਦੀ ਨਰਾਦਰੀ ਕੀਤੀ ਹੈ ਉਹ ਮੇਰਾ ਗੁਨਾਹ ਬਖਸ਼ੋ। ਮੈਂ ਆਪ ਜੀ ਦਾ ਚੇਲਾ ਹਾਂ, ਤੁਸੀਂ ਮੇਰੇ ਮਾਲਕ ਹੋ। ਬੜੀਆਂ ਬੇਨਤੀਆਂ ਕੀਤੀਆਂ। ਫਿਰ ਸਤਿਗੁਰੂ ਜੀ ਨੇ ਇਹਦੇ 'ਤੇ ਬਖਸ਼ਿਸ਼ ਕੀਤੀ। ਅਤੇ ਉੱਧਰੋਂ ਜਿਹੜਾ ਲੂਲਾ ਠੀਕ ਹੋਇਆ, ਕਹਿੰਦਾ ਫਿਰਦਾ 100 ਸੁਹਾਗਣ ਨੇ ਕੀਤਾ। ਮਹਾਰਾਜ ਜੀ ਨੇ ਕਿਹਾ ਵੀ ਤੂੰ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਜਪ, ਤੇਰੀ ਅੱਗੇ ਨੂੰ ਜ਼ਿਆਦਾ ਹੁਣ ਵਡਿਆਈ ਹੋਏਗੀ। ਫਿਰ ਇਹਨੂੰ ਆਪਣੇ ਸਥਾਨ 'ਤੇ ਲਿਆਂਦਾ। ਜਿਹੜੇ ਲੋਕਾਂ ਨੇ ਝੰਡੇ ਦੇ ਪੁੱਟ ਲਏ ਸਨ, ਲੁੱਟਿਆ ਪੁੱਟਿਆ ਸੀ, ਸਾਰਾ ਵਾਪਸ ਕੀਤਾ। ਇਹਦੀ ਅੱਗੇ ਨਾਲ ਵੀ ਜ਼ਿਆਦਾ ਮੰਨਤਾ ਹੋਣ ਲੱਗ ਪਈ। ਜਿਨ੍ਹਾਂ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਜਿਨ੍ਹਾਂ ਨਾਨਕ ਸਤਿਗੁਰ ਸੇਵਾ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਉਹਨਾਂ ਦੀ ਪੂਜਾ ਬਹੁਤ ਵੱਧ ਗਈ ਹੈ, ਇਹਦੀ ਵਧੀ ਹੈ। ਫਿਰ ਇਹਨੇ ਆਪਣਾ ਇੱਕ ਪੰਥ ਵੀ ਚਲਾਇਆ। ਇਵੇਂ ਸਾਧ ਸੰਗਤ ਜੀ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਵਰਗਾ ਕੋਈ ਹੈਗਾ ਨਹੀਂ। ਸਤਿਗੁਰੂ ਜੀ ਤੋਂ ਬਿਨਾਂ ਐਸਾ ਕੌਣ ਕੰਮ ਕਰ ਸਕਦਾ ਜੋ ਕਿ ਪਾਪੀਆਂ ਨੂੰ ਪਵਿੱਤਰ ਕਰ ਦੇਵੇ, ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾ ਦੇਵੇ। ਇਹ ਜਿਹੜੀ ਸ਼ਕਤੀ ਹੈ ਤੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਹੀ ਇਹ ਤਾਕਤ, ਬਾਕੀ ਦੇ ਕੋਈ ਐਸਾ ਨਹੀਂ ਹੈ। ਇਵੇਂ ਆਪਾਂ ਉਹ ਜਿਹੜਾ ਉਪਦੇਸ਼ ਸਤਿਗੁਰੂ ਜੀ ਨੇ ਇਤਿਹਾਸ ਰੂਪ ਵਿੱਚ ਜਣਾਇਆ, ਪਾਪੀਆਂ ਨੂੰ ਪਵਿੱਤਰ ਕੀਤਾ, ਵਡਿਆਈ ਬਖਸ਼ੀ, ਮਾਣ ਸਤਿਕਾਰ ਬਖਸ਼ਿਆ, ਆਪਣਾ ਸੇਵਕ ਬਣਾ ਕੇ ਵਡਿਆਈ ਦਿੱਤੀ। ਆਪਣੇ ਸੇਵਕ ਕੋ ਦੇ ਵਡਿਆਈ, ਸਾਹਿਬ ਹੱਥ ਵਡਿਆਈਆ ਜੈ ਭਾਵੈ ਤੈ ਦੇ। ਇਹ ਬਖਸ਼ਿਸ਼ ਕੀਤੀ। ਉਹ ਪ੍ਰਸੰਗ ਆਪਾਂ ਸਰਵਣ ਵਿਸਥਾਰ ਨਾਲ ਕੀਤਾ ਹੀ ਹੈ। ਅੱਗੇ ਜਿਵੇਂ ਸਤਿਗੁਰੂ ਜੀ ਬਾਲ ਗੁੰਦਾਈ ਜਿਹੜਾ ਸਾਧੂ ਸੀ ਉਹਦੇ ਟਿੱਲੇ 'ਤੇ ਗਏ, ਉਹਦੇ ਨਾਲ ਜਿਵੇਂ ਬਚਨ ਵਿਲਾਸ ਹੋਏ ਹੈ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਹਾਂ ਤੇ ਗਮਨੇ ਗੁਰੂ ਅਗਾਰੀ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਸਾਹਿਬ ਜੀ, ਇਸ ਤਰ੍ਹਾਂ ਨਸ਼ਹਿਰੇ ਨਗਰ ਵਿੱਚ ਉਸ 100 ਸੁਹਾਗਣ ਨੂੰ ਸੱਚਮੁੱਚ ਹੀ ਖੁਦਾ ਦੀ ਸੁਹਾਗਣ ਬਣਾ ਕੇ, ਪਖੰਡ ਦਾ ਨਾਸ ਕਰਕੇ, ਸਿੱਧੇ ਰਾਹ 'ਤੇ ਪਾ ਕੇ ਗੁਰੂ ਸਾਹਿਬ ਜੀ ਉੱਥੋਂ ਫਿਰ ਅੱਗੇ ਚੱਲ ਪਏ। ਨਰਨ ਉਦਾਹਰਨ ਪਰ ਉਪਕਾਰੀ। ਜਿਨ੍ਹਾਂ ਸਤਿਗੁਰਾਂ ਨੇ ਵੀ ਇਹ ਕਲਯੁਗ ਦੇ ਜੀਵਾਂ ਦਾ ਉਧਾਰ ਹੀ ਕਰਨਾ ਹੈ, ਪੁਰਸ਼ਾਂ ਦੇ ਉਧਾਰ ਕਰਨ ਵਾਸਤੇ ਜੋ ਸਤਿਗੁਰੂ ਪਰ ਉਪਕਾਰੀ ਹੈ। ਪਰ ਉਪਕਾਰੀ ਗੁਰੂ ਪਿਆਰੇ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਸਤਿਗੁਰੂ ਜੀ ਜਨਮਨ ਮਰਨ ਵਿੱਚ ਦੋਵਾਂ 'ਚ ਹੀ ਨਹੀਂ ਹੈਗੇ। ਅਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਇਵੇਂ ਗੁਰੂ ਨਾਨਕ ਸਾਹਿਬ ਜੋ ਪਰਉਪਕਾਰੀ ਸੱਚੇ ਪਾਤਸ਼ਾਹ ਜੀ ਹੈ, ਜੋ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਹੀ ਆਏ ਹੈ, ਅਤੇ ਅਗਲੇ ਹੋਰ ਪੁਰਸ਼ਾਂ ਦਾ ਉਧਾਰ ਕਰਨ ਵਾਸਤੇ, ਪਰਾਇਆਂ ਦੇ ਭਲੇ ਕਰਨ ਵਾਸਤੇ ਮਹਾਰਾਜ ਚੱਲ ਪਏ। ਜਹ ਟਿੱਲਾ ਹੈ ਬਾਲ ਗੰਦਾਈ। ਜਿੱਥੇ ਇਹ ਬਾਲ ਗੰਦਾਈ ਸਾਧੂ ਦਾ ਟਿੱਲਾ ਸੀ। ਟਿੱਲਾ ਕਹੀਦਾ ਪਹਾੜ ਦੀ ਚੋਟੀ ਨੂੰ, ਸਥਾਨ ਨੂੰ, ਜਿੱਥੇ
ਉੱਚੀ ਥਾਂ 'ਤੇ ਸਾਧੂ ਦਾ ਸਥਾਨ ਹੋਵੇ ਉਹਨੂੰ ਕਹੀਦਾ ਹੈ ਟਿੱਲਾ। ਜਿਹੜੀ ਸਿਖਰ ਜਿਵੇਂ ਉੱਚੇ ਥਾਂ 'ਤੇ ਪਹਾੜ 'ਤੇ ਉੱਪਰਲੇ ਪਾਸੇ ਕੋਈ ਸਾਧੂ ਰਵੇ, ਪਹਾੜ ਦੀ ਚੋਟੀ ਨੂੰ ਸਿੱਧਾ ਜਿਹਾ ਮਤਲਬ ਵੀ ਪਹਾੜ ਦੀ ਚੋਟੀ ਨੂੰ ਕਹਿ ਦਿੰਦਾ ਹੈ ਟਿੱਲਾ, ਸਿਖਰ ਨੂੰ। ਅਤੇ ਇਹ ਜਿਸ ਪਹਾੜ ਦੇ ਉੱਚੇ ਥਾਂ 'ਤੇ ਰਹਿੰਦੇ ਸਨ ਬਾਲ ਗੰਦਾਈ ਸਾਧੂ, ਉਸ ਟਿੱਲੇ 'ਤੇ ਮਹਾਰਾਜ ਚਲੇ ਗਏ। ਇਹ ਬਾਲ ਗੰਦਾਈ ਯੋਗਾ ਅਭਿਆਸੀ ਸਾਧੂ ਸੀ, ਯੋਗ ਅਭਿਆਸ ਕਰਨ ਵਾਲਾ। ਇਹ ਜਿਹੜਾ ਨੇਤੀ ਧੋਤੀ ਬਸਤੀ ਆਦਿ ਦੀ ਕਿਰਿਆ ਕਰਕੇ ਅਤੇ ਸਵਾਸ ਜਿਹੜੇ ਆ ਦਸਮ ਦੁਆਰ ਵਿੱਚ ਚੜ੍ਹਾਉਣੇ, ਪ੍ਰਾਣਾਯਾਮ ਦੇ ਰਾਹੀਂ, ਪੂਰਕ ਕੁੰਭਕ ਰੇਚਕ ਦੇ ਰਾਹੀਂ ਸਵਾਸ ਚੜ੍ਹਾਉਣੇ, ਟਿਕਾਉਣੇ ਅਤੇ ਲਾਉਣੇ। ਇਵੇਂ ਜਿਹੜਾ ਕਿਰਿਆ ਕਰੇ ਉਹ ਹੁੰਦਾ ਹੈ ਯੋਗਾ ਅਭਿਆਸੀ ਯੋਗੀ। ਅਸਲ ਯੋਗੀ ਉਹ ਹੁੰਦਾ ਹੈ ਜਿਹੜਾ ਯੋਗ ਦੇ ਦੁਆਰਾ ਪਰਮੇਸ਼ਰ ਨਾਲ ਜੁੜੇ, ਉਹਨੂੰ ਕਹੀਦਾ ਹੈ ਯੋਗੀ। ਇਵੇਂ ਬਾਲ ਗੰਦਾਈ ਯੋਗਾ ਅਭਿਆਸ ਕਰਨ ਵਾਲਾ ਬੜਾ ਯੋਗੀ ਸੀ, ਮਹਾਨ ਯੋਗੀ ਸਾਧੂ। ਜਿੱਥੇ ਇਸ ਦਾ ਟਿੱਲਾ ਸੀ, ਜਿਸ ਪਹਾੜ ਦੀ ਚੋਟੀ 'ਤੇ ਰਹਿੰਦਾ ਸੀ, ਜਿਹ ਟਿੱਲਾ ਹੈ ਬਾਲ ਗੰਦਾਈ। ਇਹ ਬਾਲ ਗੰਦਾਈ ਦਾ ਟਿੱਲਾ ਜਿਹੜਾ ਜ਼ਿਲ੍ਹਾ ਜੇਲ੍ਹ ਵਿੱਚ ਹੈ, ਕੋਈ 15 ਕੁ ਮੀਲ ਦੀ ਵਿੱਚ 'ਤੇ ਇੱਥੇ ਸਤਿਗੁਰੂ ਜੀ ਮਹਾਰਾਜ ਚਲੇ ਗਏ। ਜੋਗੀ ਬਹੁਤ ਰਹਿਤ ਤਿਹ ਥਾਈ। ਉਸ ਥਾਂ ਦੇ ਉੱਪਰ ਜੋਗੀ ਲੋਕ, ਯੋਗ ਅਭਿਆਸ ਕਰਨ ਵਾਲੇ ਹੋਰ ਵੀ ਬੜੇ ਰਹਿੰਦੇ ਸਨ ਨਾਲ। ਦੋਹਰਾ ਬਾਲ ਗੰਦਾਈ ਸਦਨ ਮਹਿ। ਬਾਲ ਗੰਦਾਈ ਸਾਧੂ ਸਦਨ ਮਹਿ, ਆਪਣੇ ਘਰ ਦੇ ਵਿੱਚ, ਜਿੱਥੇ ਦਾ ਆਪਣਾ ਕੋਈ ਖੁੱਲੀ ਟਿਕਾਣਾ ਹੈ ਸੀ, ਡੇਰਾ। ਬਾਲ ਗੰਦਾਈ ਦੇ ਡੇਰੇ ਘਰ ਦੇ ਵਿੱਚ ਬਾਜ ਸਾਲ ਮਹਿ ਬਾਜ। ਤੇ ਬਾਜ ਸਾਲ ਘੋੜਿਆਂ ਦੇ ਤਬੇਲੇ ਵਿੱਚ ਬਹੁਤ ਨਸਲ ਦੇ ਚੰਗੇ ਚੰਗੇ ਘੋੜੇ ਸਨ। ਏਕ ਖਜ਼ਾਨਾ ਚੀਰ ਕੋ। ਤੇ ਇੱਕ ਜਿਹੜਾ ਖਜ਼ਾਨਾ ਸੀ ਉਹ ਕੱਪੜਿਆਂ ਦਾ ਸੀ। ਕੱਪੜਿਆਂ ਦੇ ਬੜੇ ਥਾਨ ਸਨ, ਰੰਗਾਂ ਰੰਗਾਂ ਦੇ ਕੱਪੜਿਆਂ ਦੇ। ਪਰਉਪਕਾਰ ਕੇ ਕਾਜ। ਉਹ ਕਿਸ ਵਾਸਤੇ? ਆਪਣੇ ਵਾਸਤੇ ਨਹੀਂ ਵੀ ਆਪਣੇ ਵਾਸਤੇ ਘੋੜੇ, ਆਪਣੇ ਵਾਸਤੇ ਕੱਪੜੇ, ਪਰਉਪਕਾਰ ਵਾਸਤੇ, ਦੂਜਿਆਂ ਦੇ ਵਾਸਤੇ, ਦੂਜਿਆਂ ਦੇ ਭਲੇ ਦੇ ਕੰਮ ਵਾਸਤੇ ਇਹ ਬਾਲ ਗੰਦਾਈ ਸਾਧੂ ਨੇ ਖਜ਼ਾਨੇ ਰੱਖੇ ਹੋਏ ਸਨ। ਚੌਪਈ ਉੱਤਮ ਭੋਜਨ ਸੋ ਬਨਵਾਵਹ। ਉੱਤਮ ਜਿਹੜਾ ਭੋਜਨ ਉਹ ਕਹਿ ਕਰਕੇ ਸੋਹਣਾ ਭੋਜਨ, ਚੰਗੇ ਤਰ੍ਹਾਂ ਤਰ੍ਹਾਂ ਦੇ ਭੋਜਨ, 36 ਪ੍ਰਕਾਰ ਦੇ ਭੋਜਨ ਰਸੋਈਆਂ ਨੂੰ ਕਹਿ ਕਰਕੇ ਰਸੋਈਦਾਰਾਂ ਨੂੰ ਇਹ ਬਣਵਾਉਂਦਾ ਹੈ ਬਾਲ ਗੰਦਾਈ। ਜੋ ਤਹ ਜਾਏ ਸਭਨ ਕੋ ਖਵਾਵਹ। ਜੋ ਵੀ ਉੱਥੇ ਡੇਰੇ ਵਿੱਚ ਜਾਂਦਾ ਉਹਨਾਂ ਸਾਰਿਆਂ ਨੂੰ ਇੱਕ ਬਰਾਬਰ, ਇਹ ਨਹੀਂ ਵੀ ਆਪਣੇ ਨੂੰ ਚੰਗਾ ਦੂਜੇ ਨੂੰ ਮਾੜਾ, ਸਾਰਿਆਂ ਨੂੰ ਇੱਕ ਬਰਾਬਰ ਬੜੇ ਪ੍ਰੇਮ ਨਾਲ ਭੋਜਨ ਛਕਾਉਂਦੇ ਸਨ। ਸੁੰਦਰ ਮੰਦਰ ਮਹਿ ਬਿਸਰਾਮਾ। ਤੇ ਜਿਹੜਾ ਵੀ ਜਾਂਦਾ ਉਹਨੂੰ ਸੋਹਣੇ ਮਕਾਨਾਂ ਵਿੱਚ, ਮਕਾਨ ਵੀ ਚੰਗੇ ਬਣਾਏ ਹੋਏ ਸਨ, ਉਹਨਾਂ ਵਿੱਚ ਵਿਸ਼ਰਾਮ ਕਰ ਲਈ ਦੇ ਦਿੰਦੇ। ਨਗਨ ਦੇਖ ਪਟ ਦੇ ਅਬਰਾਮਾ। ਜਿਸ ਪੁਰਸ਼ ਕੋਈ ਸਾਧੂ ਨੂੰ, ਕੋਈ ਗਰੀਬ ਗੁਰਬੇ ਨੂੰ ਨੰਗਾ ਦੇਖਦੇ ਬੇਪੜਦ, ਵੀ ਇਹਦੇ ਕੋਲ ਕੱਪੜੇ ਨਹੀਂ ਹੈਗੇ, ਐਵੇਂ ਉਸ ਨਗਨ ਆਦਮੀ ਨੂੰ ਦੇਖ ਕੇ ਸੋਹਣੇ ਕੱਪੜੇ ਦੇ ਦਿੰਦੇ ਸਨ। ਪੰਥ ਚਲਤ ਸ਼ਰਮ ਜੇ ਹੋਏ ਜਾਵਹ। ਰਸਤੇ ਵਿੱਚ ਚੱਲਦਿਆਂ ਚੱਲਦਿਆਂ ਜੇ ਕਿਸੇ ਨੂੰ ਥਕਾਵਟ ਹੋ ਜਾਂਦੀ, ਤੇਜ ਤਰੰਗ ਤਾਹੇ ਚੜਵਾਵਹ। ਆਪਣੇ ਤਬੇਲੇ ਵਿੱਚੋਂ ਚੰਗਾ ਘੋੜਾ ਦੇਖ ਕੇ ਤੇ ਦੂਸਰੇ ਕਿਸੇ ਜੋਗੀ ਨੂੰ ਭੇਜ ਕੇ, ਸਾਥੀ ਨੂੰ ਭੇਜ ਕੇ ਵੀ ਉਹ ਥੱਕ ਗਿਆ, ਹੁਣ ਚੱਲ ਫਿਰ ਨਹੀਂ ਸਕਦਾ ਹੈ, ਥਕਾਵਟ ਹੋ ਗਈ, ਘੋੜੇ ਨੂੰ ਭੇਜ ਕੇ ਉਸ ਉੱਪਰ ਚੜਵਾ ਦਿੰਦੇ। ਘੋੜੇ ਉੱਪਰ ਉਸ ਥੱਕੇ ਹੋਏ ਨੂੰ
ਤੇ ਆਪਣੇ ਡੇਰੇ ਲੈ ਆਉਂਦੇ। ਨਿਤ ਉਪਕਾਰ ਕਰਨ ਅਬਲਾਖੀ ਹਮੇਸ਼ਾ ਉਪਕਾਰ ਕਰਨ ਦੀ ਇੱਛਾ ਰੱਖੀ ਹੋਈ ਹੈ ਵੀ ਵੱਧ ਤੋਂ ਵੱਧ ਜਿੰਨਾ ਚਿਰ ਸਵਾਸ ਹੈ ਉਪਕਾਰ ਭਲਾ ਹੀ ਹੁੰਦਾ ਰਹੇ, ਇਵੇਂ ਸੇਵਾ ਹੀ ਕਰਦੇ ਰਹੀਏ। ਜਿਉ ਅਵਨੀ ਪਰ ਸਫਲ ਉਸਾਖੀ ਜਿਵੇਂ ਧਰਤੀ ਉੱਪਰ ਬ੍ਰਿਸ਼ ਫਲ ਦੇ ਸਹਿਤ ਹੁੰਦਾ ਹੈ ਤੇ ਉਹ ਹਮੇਸ਼ਾ ਉਪਕਾਰ ਕਰਦਾ ਹੈ। ਆਉਂਦੇ ਜਾਂਦੇ ਰਾਹੀਆਂ ਨੂੰ ਵਿਸ਼ਰਾਮ ਵਾਸਤੇ ਠੰਡੀ ਛਾਂ ਇਸੇ ਤਰ੍ਹਾਂ ਫਲ ਦਿੰਦੇ ਆ ਰੁੱਖ, ਕਿ ਜਿਹੜਾ ਕੋਈ ਆਵੇ ਉਹ ਛਕ ਲਵੇ ਅਤੇ ਉਹਦੀ ਤ੍ਰਿਪਤੀ ਕਰਾਉਂਦੇ ਆ। ਹਰੇ ਰੁੱਖ ਦੀ ਬੜੀ ਵੱਡੀ ਤਾਕਤ, ਬੜਾ ਵੱਡਾ ਗੁਣ ਹੈ। ਇਵੇਂ ਬਾਲ ਗੁੰਦਾਈ ਦਾ ਜਿਹੜਾ ਸਰੀਰ ਸੀ ਫਲ ਵਾਲੇ ਬ੍ਰਿਸ਼ ਦੀ ਨਿਆਈ ਸੀ। ਆਉਂਦੇ ਜਾਂਦੇ ਰਾਹੀਆਂ ਨੂੰ ਭੋਜਨ ਪ੍ਰਸ਼ਾਦਾ, ਵਿਸ਼ਰਾਮ ਵਾਸਤੇ ਮਕਾਨ, ਥਕਾਵਟ ਦੂਰ ਕਰਨ ਵਾਸਤੇ ਘੋੜੇ ਆਦਿਕ ਦਿੰਦਾ ਸੀ, ਜਿਸ ਕਰਕੇ ਇਹ ਬੜੇ ਮਹਾਨ ਸਨ। ਸਰੀਰ ਜਿਹੜਾ ਇਹਨਾਂ ਦਾ ਫਲ ਦੇ ਬ੍ਰਿਸ਼ ਵਾਂਗ ਹੀ ਸੀ, ਜਿਵੇਂ ਬ੍ਰਿਸ਼ ਨੂੰ ਫਲ ਲੱਗਾ ਹੁੰਦਾ ਇਵੇਂ ਇਹਨਾਂ ਦਾ ਸਰੀਰ ਸੀ ਫਲ ਦੇ ਸਹਿਤ। ਇਹੀ ਇੱਛਾ ਸੀ ਵੀ ਵੱਧ ਤੋਂ ਵੱਧ ਭਲਾਈ ਹੋਵੇ ਦੂਸਰਿਆਂ ਦਾ। ਤਿਹ ਡੇਰੇ ਕੇ ਜਾਏ ਸਮੀਪਾ ਉਸ ਬਾਲ ਗੰਦਾਈ ਸਾਧੂ ਦੇ ਡੇਰੇ ਟਿਕਾਣੇ ਦੇ ਕੋਲ ਜਾ ਕੇ ਬੈਠ ਰਹੇ ਬੇਦੀ ਕੁਲ ਦੀਪਾ ਬੇਦੀਆਂ ਦੀ ਕੁਲ ਦੇ ਦੀਵਾ ਰੂਪ ਪ੍ਰਕਾਸ਼ ਰੂਪ ਸਤਿਗੁਰੂ ਜੀ ਬੈਠ ਰਹੇ। ਬਾਲ ਗੰਦਾਈ ਜਬ ਸੁਧ ਹੋਈ ਅੰਦਰ ਬਾਲ ਗੰਦਾਈ ਸਾਧੂ ਨੂੰ ਜਦੋਂ ਇਹ ਖਬਰਸਾਰ ਸੁਧ ਹੋਈ ਹੈ, ਰਹਿਰ ਅਤੀਤ ਬੈਠ ਰਹ ਦੋਈ ਵਾਰ ਵਾਰ ਮੇਰੇ ਡੇਰੇ ਟਿਕਾਣੇ ਤੋਂ ਦੋ ਸਾਧੂ ਜਿਹੜੇ ਆ ਕੇ ਇੱਥੇ ਬਾਹਰ ਹੀ ਬੈਠ ਰਹੇ ਆ। ਅਤੀਤ ਤਿਆਗੀ ਵਿਰਾਗੀ ਸਾਧੂ ਨਹੀਂ ਅਗਾਰੀ ਆਵਤ ਸੋ ਉਹ ਦੋਵੇਂ ਜਿਹੜੇ ਅੱਗੇ ਨਹੀਂ ਆ ਰਹੇ। ਜੋਗੀ ਤਬ ਹੈ ਬੁਲਾਏ ਦੋ ਜਦੋਂ ਇਹ ਖਬਰਸਾਰ ਹੋਈ ਵੀ ਸਾਧੂ ਬਾਰ-ਬਾਰ ਬੈਠ ਰਹੇ ਹੈ, ਉਹ ਅੱਗੇ ਨਹੀਂ ਆ ਰਹੇ, ਦੋ ਜੋਗੀ ਤਦੋਂ ਬਾਲ ਗੁੰਦਾਈ ਸਾਧੂ ਨੇ ਬੁਲਾਏ ਹੈ। ਕਹਿਓ ਤਿਨਹਿ ਕੋ ਆ ਨਾ ਜਾਏ ਕਿਹਾ ਵੀ ਤੁਸੀਂ ਉਹਨਾਂ ਦੋਵਾਂ ਜੋਗੀਆਂ ਨੂੰ ਕਿਹਾ ਵੀ ਜਿਹੜੇ ਬਾਰ-ਬਾਰ ਬੈਰਾਗੀ ਤਿਆਗੀ ਸਾਧੂ ਬੈਠੇ ਹੋਏ, ਤੁਸੀਂ ਵੀ ਉਹਨਾਂ ਨੂੰ ਜਾ ਕੇ ਲਿਆਓ ਇੱਥੇ। ਪਹੁੰਚੇ ਸੋ ਸ੍ਰੀ ਗੁਰ ਜਿਹ ਥਾਈ ਉਹ ਦੋਵੇਂ ਆਗਿਆ ਮੰਨ ਕੇ ਜੋਗੀ ਜਾ ਪਹੁੰਚੇ ਜਿੱਥੇ ਸੋਭਾ ਵਾਲੇ ਸਤਿਗੁਰੂ ਜੀ ਜਿਸ ਥਾਂ 'ਤੇ ਬਿਰਾਜਮਾਨ ਸਨ। ਦੋਹਰਾ ਚਲਹ ਅਤੀਤ ਉਠ ਅਬ ਜੋਗੀ ਕਹਿਣ ਲੱਗੇ, ਮਹਾਰਾਜ ਅਤੀਤੋ ਸਾਧੂ ਫਕੀਰੋ ਦਰਵੇਸ਼ੋ ਬਿਰਾਗਿਓ ਤਿਆਗਿਓ, ਉੱਠੋ ਹੁਣ ਤੇ ਚੱਲੋ। ਬਾਲ ਗੰਦਾਈ ਥਾਨ ਇੱਥੇ ਸਾਡਾ ਸ਼੍ਰੋਮਣੀ ਸਾਧੂ ਹੈ ਬਾਲ ਗੰਦਾਈ, ਉਹਦਾ ਬੜਾ ਸੋਹਣਾ ਸਥਾਨ ਬਣਿਆ ਹੋਇਆ, ਉੱਠ ਕੇ ਉੱਥੇ ਚੱਲੋ। ਬੈਠਨ ਕੋ ਮੰਦਰ ਭਲੇ ਬੈਠਣ ਨੂੰ ਉਹਦੇ ਬਹੁਤ ਉਹਨਾਂ ਨੇ ਉੱਥੇ ਵਿਸ਼ਰਾਮ ਕਰਨ ਨੂੰ ਤੇ ਬੈਠਣ ਖਲੋਣ ਨੂੰ ਬੜੇ ਸੋਹਣੇ ਮਕਾਨ ਚੰਗੇ ਚੰਗੇ ਸੁਖ ਸੋ ਹੋਇਆ ਗੁਜ਼ਰਾਨ ਉਹ ਬਣਾਏ ਹੋਏ ਹੈ, ਜਿਸ ਕਰਕੇ ਆਪ ਜੀ ਦਾ ਸੁਖ ਨਾਲ ਗੁਜ਼ਾਰਾ ਹੋਵੇਗਾ, ਸੁਖ ਨਾਲ ਆਪ ਜੀ ਦੀ ਰਾਤ ਬਤੀਤ ਹੋਵੇਗੀ। ਚੌਪਈ ਸ੍ਰੀ ਪ੍ਰਭ ਕਹਿਓ ਨਾ ਹਮ ਚਲ ਜਾਵਹਿ ਗੁਰੂ ਸਾਹਿਬ ਜੀ ਨੇ ਕਿਹਾ ਵੀ ਜੋਗੀ ਅਸੀਂ ਤੇ ਨਹੀਂ ਚੱਲ ਕੇ ਜਾਂਦੇ ਉਹਦੇ ਡੇਰੇ, ਜਹ ਬੈਠ ਤਹਰਾਨ ਬਿਤਾਵਹਿ ਜਿੱਥੇ ਬੈਠਦੇ ਆ ਉੱਥੇ ਬੈਠ ਕੇ ਰਾਤ ਅਸੀਂ ਲੰਘਾ ਬਤਾ ਦਿੰਦੇ ਹੁੰਦੇ ਆ। ਚਾਹੀਏ ਨਿਤ ਅਤੀਤ ਕੋ ਐਸੀ ਕਿਉਂਕਿ ਜਿਹੜਾ ਅਤੀਤ ਤਿਆਗੀ ਵਿਰਾਗੀ ਸਾਧੂ ਆਪਣੇ ਆਪ ਨੂੰ ਕਹਾਏ ਵੀ ਉਹਨੂੰ ਤੇ ਐਸਾ ਹੀ ਜਿਹੜਾ ਹਮੇਸ਼ਾ ਕਰਨਾ ਚਾਹੀਦਾ, ਵੀ ਜੈਸਾ ਮਿਲੇ ਉਸੇ ਤਰ੍ਹਾਂ ਹੀ ਰਹੇ। ਆਏ ਜੋ ਬਨਹ ਬਿਤਾਵਹਿ ਤਾਸੀ ਜੋ ਬਣ ਆਵੇ ਉਸੇ ਤਰ੍ਹਾਂ ਹੀ ਬਤਾਵੇ, ਜਿਹੋ ਜਿਹਾ ਸਮਾਂ ਬਣ ਆਵੇ, ਜਿਹੋ ਜਿਹਾ ਦੁੱਖ ਸੁੱਖ ਦਾ ਘੜੀ ਬਣ ਆਏ ਉਸੇ ਤਰ੍ਹਾਂ ਹੀ ਬਿਤਾ ਲਵੇ, ਲੰਘਾ ਲਵੇ। ਬਾਲ ਗੰਦਾਈ ਢਿੱਗ ਪੁਨ ਜਾਏ ਬਾਲ ਗੰਦਾਈ ਸਾਧੂ ਦੇ ਕੋਲ ਜਾ ਕੇ ਫਿਰ ਇਹਨਾਂ ਦੋਵਾਂ ਜੋਗੀਆਂ ਨੇ ਜਾਏ ਬਤਾਇਓ ਨਹ ਸੋ ਆਏ ਜਾ ਕੇ ਦੱਸਿਆ ਵੀ ਬਾਲ ਗੰਦਾਈ ਸਾਧੂ ਜੀ ਉਹ
ਜਿਹੜੇ ਦੋ ਅਤੀਤ ਸਾਧੂ ਵੈਰਾਗੀ ਹੈ ਉਹ ਨਹੀਂ ਆਏ ਸਾਡੇ ਕਹਿਣ ਕਰਕੇ। यो सुन आप तहाँ चल आयो। ਹੁਣ ਇਹ ਵੀ ਕਮਾਈ ਵਾਲੇ ਸਾਧੂ ਹੀ ਸਨ। ਇਉਂ ਸੁਣ ਕੇ ਜੋਗੀਆਂ ਤੋਂ ਆਪ ਚੱਲ ਕੇ ਹੀ ਉੱਥੇ ਆ ਗਿਆ। जिह थल बैठ्यो प्रभु सहायो। ਜਿਸ ਥਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪ੍ਰਭੂ ਮਹਾਰਾਜ ਸੋਭਨੀਕ ਹੋ ਰਹੇ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਬਾਬਾ ਪੈਰ ਧਰਿਆ ਪੂਜਾ ਆਸਨ ਥਾਪਣ ਸੋਆ। ਇਵੇਂ ਸਤਿਗੁਰੂ ਮਹਾਰਾਜ ਸੋਭਨੀਕ ਹੋ ਰਹੇ ਜਿੱਥੇ ਬੈਠੇ ਹੋਏ ਸਨ। आदर युत मुख भजन उचारे। ਬੜੇ ਆਦਰ ਸਨਮਾਨ ਦੇ ਸਹਿਤ ਬਾਲ ਗੰਦਾਈ ਨੇ ਬਚਨ ਕਹੇ। चलहो तीतह सांग हमारे। ਇਹ ਸਾਧੂਓ ਵਿਰਾਗੀਓ ਤਿਆਗੀਓ ਸੰਤੋ ਮਹਾਤਮੋ ਤੁਸੀਂ ਮੇਰੇ ਨਾਲ ਚੱਲੋ ਮੇਰੇ ਡੇਰੇ। आवत मेघ घटा बरखा वह। ਕਿਉਂਕਿ ਮਹਾਤਮਾ ਜੀ ਸਾਧੂ ਜੀ ਆ ਵੇਖੋ ਨਾ ਤੁਸੀਂ ਜਿਵੇਂ ਜਿਹੜੀਆਂ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਉਹ ਆ ਰਹੀਆਂ ਜਿਸ ਕਰਕੇ ਵਰਖਾ ਪੈ ਜਾਏਗੀ। मंदिर मह सुख निशा बहावह। ਤੇ ਆਪ ਜੀ ਜੇ ਮੇਰੇ ਨਾਲ ਚਲੇ ਜਾਓਗੇ ਉੱਥੇ ਮਕਾਨ ਵਿੱਚ ਰਹੋਗੇ ਸੁੱਖ ਨਾਲ ਜਿਹੜੀ ਆਪਣੀ ਰਾਤ ਬਿਤਾਓਗੇ ਲੰਘਾਓਗੇ। दोहरा श्री गुर कहाँ अतीत हम। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਬਾਲ ਗੁੰਦਾਈ ਅਸੀਂ ਦੇ ਅਤੀਤ ਹਾਂ, ਤਿੰਨਾਂ ਗੁਣਾਂ ਤੋਂ ਪਰੇ। ਐਸੇ ਫਕੀਰ ਸਾਧੂ ਵਿਰਾਗੀ ਤਿਆਗੀ ਹਾਂ। जैसे बन है आए। ਜੈਸੀ ਵੀ ਬਣ ਆਉਂਦੀ ਹੈ ਇਸ ਸਰੀਰ ਦੇ ਉੱਪਰ ਜੈਸਾ ਹੀ ਸਮਾਂ ਬਣ ਆਉਂਦਾ ਹੈ। दुख सुख समा उर जान का। ਦੁੱਖ ਨੂੰ ਸੁੱਖ ਨੂੰ ਐ ਸਮ ਬਰਾਬਰ ਹੀ ਹਿਰਦੇ ਵਿੱਚ ਜਾਣ ਕੇ ਬਰਾਬਰ ਹੀ ਸਮਝ ਕੇ ਦੁੱਖ ਸੁੱਖ ਨੂੰ समा देत गुजराए। ਉਹ ਸਮਾਂ ਹੀ ਗੁਜ਼ਾਰ ਦਿੰਦੇ ਆ, ਉਹ ਸਮਾਂ ਲੰਘਾ ਦਿੰਦੇ ਆ। ਦੁੱਖ ਵਿੱਚ ਗਮ ਨਹੀਂ ਕਰਦੇ, ਸੁੱਖ ਵਿੱਚ ਖੁਸ਼ੀ ਨਹੀਂ ਕਰਦੇ, ਇੱਕ ਬਰਾਬਰ ਹੀ ਜਾਣ ਕੇ ਸਮਾਂ ਲੰਘਾ ਦਿੰਦੇ ਬਿਤਾ ਦਿੰਦੇ ਆ। चौपई कहाँ कहाँ मंदिर खोजत फिरहि। ਤੇ ਇਹ ਵੀ ਬਾਲ ਗੁੰਦਾਈ ਅਸੀਂ ਤੇ ਥਾਂ ਥਾਂ ਵਿਚਰਦੇ ਆ, ਕਿੱਥੇ ਕਿੱਥੇ ਜਿਹੜਾ ਹੈ ਜਾਵਾਂਗੇ ਤੇ ਆ ਮੰਦਰ ਸੋਹਣੇ ਖੋਜਦੇ ਲੱਭਦੇ ਫਿਰਾਂਗੇ ਵੀ ਚੰਗਾ ਮਕਾਨ ਮਿਲ ਜਾਏ। देश विदेश गमन हम करहि। ਕਿਉਂਕਿ ਆਪਣੇ ਦੇਸ਼ ਬਾਹਰਲੇ ਵਿਦੇਸ਼ਾਂ ਵਿੱਚ ਅਸੀਂ ਜਿਹੜਾ ਚੱਲਣਾ ਕਰਦੇ ਜਾਣਾ ਕਰਦੇ ਹਾਂ। जहाँ बैसह तह देत बिताए। ਜਿੱਥੇ ਬੈਠਦੇ ਹਾਂ ਉੱਥੇ ਅਸੀਂ ਸਮਾਂ ਬਿਤਾ ਦਿੰਦੇ ਲੰਘਾ ਦਿੰਦੇ ਹਾਂ। ਇਹ ਸਾਧੂ ਹਾਂ, ਤੀਰਥ ਵਿਰਾਗੀ ਤਿਆਗੀ ਹਾਂ, ਕਿੱਥੇ ਹੀ ਵੇਂਦੇ ਫਿਰੀਏ ਵੀ ਚੰਗਾ ਮਕਾਨ, ਚੰਗਾ ਖਾਣ ਨੂੰ ਚੰਗਾ ਬਿਸਤਰਾ ਹੋਵੇ ਅਤੇ ਆਪਣਾ ਸਮਾਂ ਲੰਘਾਈਏ। ਅਸੀਂ ਤਾਂ ਵੇਖਦੇ ਹਾਂ ਵੀ ਜਿਹੋ ਜਿਹਾ ਥਾਂ ਮਿਲ ਗਿਆ ਉੱਥੇ ਬੈਠ ਕੇ ਉਹ ਸਮਾਂ ਲੰਘਾ ਬਿਤਾ ਦਿੰਦੇ ਆ। हमारो मता सदा एह पाए। ਇਸ ਤਰ੍ਹਾਂ ਸਾਡਾ ਜਿਹੜਾ ਮਨ ਦਾ ਮਤਾ ਹੈ ਹਮੇਸ਼ਾ ਇਸ ਮਤੇ ਸਿਧਾਂਤ ਨਾਲ ਹੀ ਚੱਲਦੇ ਆ। बाल गंदाई बचन लाया। ਸਤਿਗੁਰ ਜੀ ਤੋਂ ਸੁਣ ਕੇ ਬਾਲ ਗੁੰਦਾਈ ਸਾਧੂ ਨੇ ਬਚਨ ਕਿਹਾ। पुरख लेख कर है जो दाया। ਮਹਾਰਾਜ ਤੁਹਾਡਾ ਬਚਨ ਠੀਕ ਹੈ ਵੀ ਜੋ ਤਿਆਗੀ ਵਿਰਾਗੀ ਹੋਵੇ ਨੂੰ ਇਸੇ ਤਰ੍ਹਾਂ ਚਾਹੀਦਾ ਹੈ, ਜਿਹੋ ਜਿਹਾ ਮਿਲ ਜਾਏ ਉਹੋ ਜਿਹਾ ਖਾ ਲਵੇ, ਜਿਹੋ ਜਿਹੀ ਥਾਂ ਮਿਲ ਜਾਵੇ ਉੱਥੇ ਗੁਜ਼ਾਰਾ ਕਰ ਲਵੇ, ਐਵੇਂ ਸ਼ੰਕੇ ਨਾ ਕਰੇ। ਇਹ ਤੁਹਾਡਾ ਬਚਨ ਮਹਾਰਾਜ ਠੀਕ ਹੈ, ਪਰ ਫਿਰ ਵੀ ਜੇ ਉਹ ਅਕਾਲ ਪੁਰਖ ਪਰਮੇਸ਼ਰ ਦੀ ਜਿਹੜਾ ਲੇਖੇ ਤੋਂ ਰਹਿਤ ਅਲੇਖ ਹੈ, ਜੋ ਦਇਆ ਕਰੇ ਮਿਹਰ ਕਰੇ। देव है जब समाज सुख दाए। ਸੁੱਖ ਦੇਣ ਵਾਲਾ ਸਾਜੋ ਸਮਾਨ ਦੇਵੇ ਵੀ ਜਿਹੜੀ ਵਸਤੂ ਦੀ ਲੋੜ ਹੋਵੇ ਜੋ ਪਰਮੇਸ਼ਰ ਸਾਨੂੰ ਦੇਵੇ। नहीं निरादर तिन बन आए। ਤੇ ਮਹਾਰਾਜ ਉਹ ਫਿਰ ਜੋ ਪਰਮਾਤਮਾ ਦੇਵੇ ਉਹਦਾ ਨਿਰਾਦਰ ਕਰਨਾ ਨਹੀਂ ਬਣ ਆਉਂਦਾ। ਵੀ ਜਦੋਂ ਪਰਮਾਤਮਾ ਦੇ ਰਿਹਾ ਹੈ, ਵਸਤਰ ਦੇ ਰਿਹਾ ਹੈ, ਛੱਤ ਵੀ ਪ੍ਰਬੰਧ ਵਾਸਤੇ ਦੇ ਰਿਹਾ, ਖਾਣ ਨੂੰ ਦੇ ਰਿਹਾ, ਫਿਰ ਮਹਾਰਾਜ ਸਭ ਬਣ ਨਹੀਂ ਆਉਂਦਾ। ਜੋ ਮਿਲੇ ਉਹ ਲੈ ਲੈਣਾ ਚਾਹੀਦਾ, ਗ੍ਰਹਿਣ ਕਰ ਲੈਣਾ ਚਾਹੀਦਾ।
ਨਰਾਦਰ ਕਰਨਾ ਨਹੀਂ ਬਣਦਾ ਹੁੰਦਾ। ਸਰਬ ਨਿਰੰਜਨ ਕੇਰ ਪਦਾਰਥ। ਸਾਰੇ ਇਹ ਜਿੰਨੇ ਵੀ ਸੰਸਾਰ ਵਿੱਚ ਪਦਾਰਥ ਹੈ, ਸੱਚਾ ਪਾਤਸ਼ਾਹ ਕਿਹੜੇ ਬੰਦੇ ਦੇ ਹੈ? ਇਹ ਤੇ ਜੋ ਮਾਇਆ ਦੀ ਕਾਲਖ ਤੋਂ ਰਹਿਤ ਪਰਮਾਤਮਾ ਨਿਰੰਜਨ ਹੈ, ਸਾਰੇ ਉਹਦੇ ਪਦਾਰਥ ਹੈਗੇ ਐ। ਭਲੀ ਬਾਤ ਕਰਨਾ ਪਰ ਸਵਾਰਥ। ਇਹ ਚੰਗੀ ਗੱਲ ਤੇ ਇਹ ਹੈ ਵੀ ਉਹਨਾਂ ਪਦਾਰਥਾਂ ਨੂੰ ਲੈ ਕੇ ਪਰਾਏ ਦਾ ਵਾਸਤੇ ਸਵਾਰਥ ਕਰੇ, ਵੀ ਉਹਨਾਂ ਪਦਾਰਥਾਂ ਦੇ ਨਾਲ ਦੂਜਿਆਂ ਦਾ ਭਲਾ ਕਰੇ। ਜਿਹੜਾ ਦੂਜਿਆਂ ਦਾ ਭਲਾ ਕਰਨਾ ਉਹਨਾਂ ਪਦਾਰਥਾਂ ਦੇ ਨਾਲ, ਇਹ ਤੇ ਬੜੀ ਚੰਗੀ ਗੱਲ ਹੈ ਮਹਾਰਾਜ। ਇਸ ਪ੍ਰਕਾਰ ਕਹਿ ਬਾਲ ਗੁੰਦਾਈ। ਇਸ ਤਰ੍ਹਾਂ ਨਾਲ ਕਹਿ ਕੇ ਜਿਹੜਾ ਬਾਲ ਗੁੰਦਾਈ ਸਾਧੂ ਸੀ, ਲੈ ਕਰ ਸੰਗ ਚੱਲਿਓ ਸੁਖਦਾਈ। ਸੁੱਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਚੱਲ ਪਿਆ। ਬਾਲ ਗੁੰਦਾਈ ਸਾਧੂ 'ਚ ਵੀ ਬੜੀ ਹਲੀਮੀ ਗਰੀਬੀ ਹੈਗੀ ਸੀ। ਦੋਹਰਾ ਨੀਕੇ ਘਰ ਮਹਿ ਜਾਏਗਾ। ਜਿਵੇਂ ਚੰਗਾ ਜਿਹੜਾ ਘਰ ਮਕਾਨ ਹੈ ਸੀ, ਉਹਦੇ ਵਿੱਚ ਜਾ ਕੇ ਕੀਨਾ ਬਚਨ ਬਖਾਨਾ। ਬਾਲ ਗੁੰਦਾਈ ਸਾਧੂ ਨੇ ਬਚਨ ਕਹਿਣਾ ਕੀਤਾ। ਦੇਖੋ ਸਭ ਇਸ ਥਾਨ ਹੈ। ਮਹਾਰਾਜ ਜੀ ਇਹ ਮਕਾਨ ਦੇ ਵਿੱਚ ਜਿਹੜਾ ਚੰਗਾ ਸਥਾਨ ਹੈ, ਸੋਹਣਾ ਥਾਂ ਬਣਿਆ ਹੋਇਆ, ਆਪ ਜੀ ਦੇਖੋ। ਭਲੋ ਹੋਏ ਗੁਜ਼ਰਾਨਾ। ਆਪ ਜੀ ਦਾ ਚੰਗਾ ਹੀ ਗੁਜ਼ਾਰਾ ਹੋ ਜਾਏਗਾ। ਸੋਹਣੀ ਰਾਤ ਆਪ ਜੀ ਦੀ ਗੁਜ਼ਰੇਗੀ, ਬਤੀਤ ਹੋਏਗੀ। ਜੋ ਪਈ ਸ੍ਰੀ ਗੁਰ ਕਹਿਓ ਤਾਹੇ ਕੇ ਸੰਗਾ। ਗੁਰੂ ਸਾਹਿਬ ਜੀ ਨੇ ਬਾਲ ਗੁੰਦਾਈ ਸਾਧੂ ਦੇ ਨਾਲ ਬਚਨ ਕਹਿਆ। ਕਿਆ ਦੇਖੋ ਮ੍ਰਿਪ ਲੀਲਾ ਰੰਗਾ। ਮਹਾਰਾਜ ਕਹਿੰਦੇ ਆ ਬਾਲ ਗੁੰਦਾਈ ਕੀ ਦੇਖੀਏ ਤੇਰਾ, ਅੱਜ ਜੋ ਕੁਝ ਤੂੰ ਦਿਖਾ ਰਿਹਾ ਵੀ ਸੋਹਣਾ ਮੰਦਰ ਮਕਾਨ ਹੈ, ਇਹ ਤੇ ਰਾਜਿਆਂ ਪਾਤਸ਼ਾਹਾਂ ਦੀ ਲੀਲਾ ਦੇ ਰੰਗ ਹੈ। ਰਾਜਿਆਂ ਦੇ ਕੰਮ ਹੁੰਦੇ ਸੋਹਣੇ ਸੋਹਣੇ ਮਕਾਨ ਬਣਾਉਣੇ। ਬਸਤਰ ਕੋਸ ਕੋ ਜਬਾ ਦਿਖਾਇਓ। ਫਿਰ ਇਸ ਨੇ ਬਾਲ ਗੁੰਦਾਈ ਜਿੱਥੇ ਕੱਪੜਿਆਂ ਦੇ ਰੰਗਾਂ ਦੇ ਬੜੇ ਥਾਨ ਪਏ ਹੋਏ ਸੀ, ਖਜ਼ਾਨਾ ਸੀ ਕੱਪੜੇ ਦਾ, ਉਹ ਜਦੋਂ ਦਿਖਾਇਆ। ਭਾਂਤ ਭਾਂਤ ਕੋ ਰੰਗ ਸਹਾਇਓ। ਜੋ ਕੱਪੜਿਆਂ ਦੇ ਥਾਨ, ਕੱਪੜੇ, ਵਸਤਰ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਨਾਲ ਸੋਭਨੀਕ ਸਨ, ਰੰਗ ਬਿਰੰਗੇ ਕੱਪੜੇ ਸਨ। ਮੋਹਰੋ ਭਜਨ ਭਲਿਓ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਜੀ ਨੇ ਇਹ ਕੱਪੜਿਆਂ ਦੇ ਥਾਨ ਵੇਖ ਕੇ, ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਦੇ ਰੰਗ ਵੇਖ ਕੇ ਬਚਨ ਕਹਿਆ। ਸਰਬ ਰਾਜ ਲੀਲਾ ਹਮ ਜਾਨੀ। ਮਹਾਰਾਜ ਕਹਿੰਦੇ ਸੀ ਸਾਰੀ ਗੱਲ ਇਹ ਜਾਣੀ ਹੈ ਵੀ ਬਾਲ ਗੁੰਦਾਈ ਰਾਜਿਆਂ ਦੀ ਲੀਲਾ ਦੇ ਰੰਗ ਹੈ। ਰਾਜੇ ਹੀ ਹੈ ਜਿਹੜੇ ਵੰਨ ਸਵੰਨੇ ਕੱਪੜੇ ਵਸਤਰ ਪਾਉਂਦੇ ਹੈ, ਇੱਕ ਲਾਉਂਦੇ ਇੱਕ ਪਾਉਂਦੇ ਹੈ। ਇਹ ਰਾਜਿਆਂ ਦੀ ਲੀਲਾ ਦੇ ਰੰਗ ਜਾਣੇ ਅਸਾਂ ਨੇ। ਬਾਜ ਸਾਲ ਮਹਾ ਜਬ ਲੈ ਗਇਓ। ਫਿਰ ਇਹਨੇ ਘੋੜੇ ਦੇ ਤਬੇਲੇ ਵਿੱਚ ਬੜੇ ਰੰਗ ਸੋਹਣੇ ਤਗੜੇ ਘੋੜੇ ਰੱਖੇ ਹੋਏ ਸੀ। ਬਾਲ ਗੁੰਦਾਈ ਘੋੜਿਆਂ ਦੇ ਤਬੇਲੇ ਵਿੱਚ ਜਦੋਂ ਲੈ ਕੇ ਗਿਆ, ਭਲੇ ਤੋਂ ਰੰਗ ਦਿਖਾਵਤ ਭਇਓ। ਚੰਗੇ ਘੋੜੇ ਦਿਖਾਉਂਦਾ। ਮਹਾਰਾਜ ਆਹ ਘੋੜਾ ਬੜੀ ਨਸਲ ਦਾ, ਫਲਾਣੇ ਇਲਾਕੇ ਦਾ, ਫਲਾਣੇ ਦੇਸ਼ ਦਾ ਹੈ। ਗੁਰੂ ਕਹਾ ਸੁਨ ਬਾਲ ਗੁੰਦਾਈ। ਗੁਰੂ ਸਾਹਿਬ ਜੀ ਕਹਿਣ ਲੱਗੇ ਸੁਣ ਬਾਲ ਗੁੰਦਾਈ ਜੋਗਾ ਬਿਆਸੀ ਸਾਧੂ, ਇਹ ਲੀਲਾ ਰਾਜਨ ਬਨ ਆਈ। ਇਹ ਲੀਲਾ ਜਿਹੜੀ ਤੂੰ ਦਿਖਾ ਰਿਹਾ ਰਾਜਿਆਂ ਨੂੰ ਬਣ ਆਉਂਦੀ ਹੈ ਵੀ ਸੋਹਣੇ ਮੰਦਰ ਮਕਾਨ, ਸੋਹਣੇ ਕੱਪੜੇ, ਸੋਹਣੇ ਘੋੜੇ। ਇਹ ਬਾਲ ਗੁੰਦਾਈ ਸਾਧੂ ਤੂੰ ਤੇ ਤਿਆਗੀ ਵਿਰਾਗੀ ਹੈ, ਤੈਨੂੰ ਨਹੀਂ ਬਣ ਆਉਂਦਾ, ਇਹ ਤੇ ਰਾਜਿਆਂ ਨੂੰ ਬਣ ਆਉਂਦਾ ਇਹੋ ਜਿਹਾ ਠਾਠ ਬਾਠ। ਹੋਇਆ ਅਤੀਤ ਸਭ ਤਜਾ ਸਮਾਜਾ। ਕਿਉਂਕਿ ਜਿਹੜਾ ਅਤੀਤ ਵਿਰਾਗੀ ਤਿਆਗੀ ਤਿੰਨਾਂ ਗੁਣਾਂ ਤੋਂ ਰਹਿਤ ਫਕੀਰ ਸਾਧੂ ਅਤੀਤ ਹੋਵੇ, ਉਹ ਤੇ ਸਾਰੇ ਰੰਗ ਲੀਲੇ ਤਮਾਸ਼ੇ ਜਿਹੜੇ ਛੱਡ ਦਿੰਦਾ ਹੈ। ਇਨਹ ਬਿਲੋਕਨ ਕਿਆ ਹਮ ਕਾਜਾ। ਇਸ ਕਰਕੇ ਅਸੀਂ ਤੇ ਅਤੀਤ ਹਾਂ। ਜਿਵੇਂ ਗੁਰੂ ਸਾਹਿਬ ਕਹਿੰਦੇ ਭਾਉ ਤੇਰਾ ਭਾਂ ਖਲੜੀ ਮੇਰੀ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਵੀ ਅਸੀਂ ਤੇ ਅਤੀਤ ਹਾਂ, ਸਾਧੂ ਹਾਂ, ਦੀਵਾਨੇ ਮਸਤਾਨੇ ਉਹ ਰੱਬ ਦੇ ਰੰਗ ਵਿੱਚ। ਫਿਰ ਸਾਡੇ ਵੀ ਇਹ ਕਿਸ ਕੰਮ ਹੈ, ਸਾਰੇ ਤੇਰਾ ਸਾਜੋ ਸਮਾਨ, ਸਾਡੇ ਕਿਸੇ ਕੰਮ ਨਹੀਂ ਹੈ ਘੋੜੇ, ਸਾਡੇ ਕਿਸੇ ਕੰਮ ਨਹੀਂ ਹੈ ਸੋਹਣੇ ਮਕਾਨ, ਨਾ ਕੱਪੜੇ ਤੇਰੇ। ਆਤਮ ਗਿਆਨ ਮਾਨ ਬਿਨ ਹੋਣਾ। ਜਿਹੜਾ ਵੀ ਐਸਾ ਤਿਆਗੀ ਨੂੰ ਚਾਹੀਦਾ ਹਮੇਸ਼ਾ, ਸੰਤ ਨੂੰ ਭਗਤ ਨੂੰ
ਆਤਮਾ ਦਾ ਗਿਆਨ ਹੋਣਾ ਵੀ ਮੇਰਾ ਆਤਮਾ ਕੀ ਹੈ, ਪਰਮਾਤਮਾ ਕੀ ਹੈ। ਇਸ ਆਤਮਾ ਨੂੰ ਉਸ ਪਰਮਾਤਮਾ ਵਿੱਚ ਅਭੇਦ ਕਿਵੇਂ ਕਰਨਾ ਹੈ। ਇਵੇਂ ਆਤਮਾ ਦੇ ਸੰਬੰਧ ਵਿੱਚ ਅਪਰੋਕਸ਼ ਗਿਆਨ ਹੋਵੇ। ਮਾਨ ਬਿਨ ਹੋਣਾ, ਫਿਰ ਮਾਨ ਤੋਂ ਬਿਨਾਂ ਹੋਣਾ ਹੋਵੇ। ਮਾਣ ਨਾ ਭਾਲੇ, ਸਤਿਕਾਰ ਨਾ ਭਾਲੇ, ਹੰਕਾਰ ਤੋਂ ਬਿਨਾ ਹੋਵੇ। ਸਿਮਰਨ ਨਾਮ ਸੰਤ ਧਨ ਭਾਨਾ। ਨਾਮ ਦੇ ਸਿਮਰਨ ਕਰੇ ਹਰ ਵੇਲੇ, ਹਰ ਵੇਲੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮਾਹੇ ਮਿਟਾਵੋ। ਇਵੇਂ ਨਾਮ ਦੇ ਸਿਮਰਨ ਕਰੇ ਉਹ ਸੰਤ ਤਿਆਗੀ, ਅਤੇ ਉਹਨਾਂ ਸੰਤਾਂ ਦੇ ਘਰ ਨਾਮ ਸਿਮਰਨ ਰੂਪੀ ਧਨ ਹੁੰਦਾ ਹੈ। ਤਿਆਗੀ ਬਾਲ ਗੁੰਦਾਈ ਹਮ ਤੁਮ ਕੋ ਸੋ ਦੇਖਣ ਚਾਹੀਏ। ਇਵੇਂ ਸੰਤਾਂ ਦੇ ਘਰ ਵਿੱਚ ਨਾਮ ਧਨ ਹੁੰਦਾ, ਦੂਜਾ ਧਨ ਨਹੀਂ ਹੁੰਦਾ। ਜਿਹੜਾ ਇਹ ਧਨ ਨਾ ਮੁੱਕੇ, ਨਾ ਜਾਏ, ਨਾ ਕਿਤੇ ਸੜੇ, ਨਾ ਕੁਝ ਹੋਏ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ। ਪੂਰੇ ਸਤਿਗੁਰ ਦੀਆ ਦਿਖਾਏ ਵੀ ਇਹ ਤਾਂ ਜੋ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੈ। ਇਹ ਧਨ ਹੈ, ਇਹ ਧਨ ਸੰਤਾਂ ਦੇ ਘਰ ਵਿੱਚ ਹੁੰਦਾ ਹੈ ਅਤੇ ਨਾਮ ਦਾ ਸਿਮਰਨ ਕਰਦੇ ਹੈ। ਬਾਲ ਗੁੰਦਾਈ ਜੀ, ਹਮ ਕਹੀਏ ਸਾਨੂੰ ਵੀ, ਤੁਮ ਕਹੀਏ ਤੁਹਾਨੂੰ ਵੀ ਇਹ ਦੇਖਣਾ ਚਾਹੀਦਾ ਵੀ ਸਾਡੇ ਕੋਲ ਕਿੰਨਾ ਨਾਮ ਧਨ ਹੈ। ਅਸੀਂ ਕਿੰਨਾ ਕੁ ਜਪਿਆ, ਕਿੰਨਾ ਕੁ ਸਾਡੇ ਕੋਲ ਅਸੀਂ ਧਨ ਇਕੱਠਾ ਕੀਤਾ, ਵੀ ਨਾਮ ਦੀ ਕਮਾਈ ਕਿੰਨੀ ਕੁ ਕੀਤੀ ਹੈ। ਜਿਹ ਕੋ ਪਾਏ ਪਰਮ ਸੁਖ ਲਹੀਏ। ਜਿਸ ਨਾਮ ਧਨ ਨੂੰ ਪਾ ਕੇ ਇੱਥੇ ਮਾਤ ਲੋਕ ਵਿੱਚ ਸਰੀਰ ਰਹਿੰਦਿਆਂ ਜੀ ਜੀਵਨ ਮੁਕਤ ਹੋ ਕੇ ਸੁਖੀ ਰਹਿੰਦਾ ਹੈ। ਮਨ ਦੀ ਬਿਰਤੀ ਇਕਾਗਰ ਹੋ ਜਾਏ ਤੇ ਸਾਧ ਸੰਗਤ ਜੀ ਸੁਖ ਹੀ ਸੁਖ ਹੈ। ਜੇ ਮਨ ਦੀ ਬਿਰਤੀ ਨਹੀਂ ਇਕਾਗਰ ਤੇ ਦੁੱਖ ਹੀ ਦੁੱਖ ਹੈ, ਕਿੰਨੇ ਵੀ ਪੈਸੇ ਹੋਣ। ਜਿਹਦੇ ਮਨ ਨੂੰ ਟਿਕਾ ਹੈ, ਸਬਰ ਸੰਤੋਖੀ ਹੈ, ਤੇ ਉਹ ਸੁਖੀ ਸੁਖੀ ਹੈ। ਗੱਲ ਤੇ ਸਾਰੀ ਸੰਤੋਖ ਦੀ ਹੈ। ਨਾਮ ਜਪਣ ਵਾਲੇ ਬਾਲ ਗੁੰਦਾਈ ਸੁਖੀ ਹੁੰਦੇ ਇੱਥੇ ਵੀ, ਮਨ ਦਾ ਇਕਾਗਰਤਾ ਹੁੰਦੀ ਹੈ। ਇਵੇਂ ਜਿਹੜੇ ਉਹ ਫਿਰ ਪਰਮ ਸੁਖ ਲਹੀਏ, ਜਿਹੜਾ ਮਹਾਨ ਪਰਮ ਸੁਖ ਹੈ ਪਰਲੋਕ ਦਾ, ਉਹ ਵੀ ਲੈਂਦੇ ਸੱਚਖੰਡ ਵਿੱਚ। ਜਿੱਥੇ ਵੀ ਸੂਖ ਮਹਿਲ ਜਾ ਕੇ ਉੱਚ ਦੁਆਰੇ, ਤਾਂ ਮਹਿ ਵਾਸੈ ਭਗਤ ਪਿਆਰੇ, ਜੋ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੇ ਠਾਓ। ਉੱਥੇ ਜਾ ਕੇ ਉਹ ਸੁਖ ਲੈਂਦੇ ਹੈ। ਚਾਹਨ ਪਦਾਰਥ ਕੋ ਜੋ ਹੋ। ਜਿਹੜਾ ਵੀ ਪਦਾਰਥਾਂ ਦੀ ਚਾਹਨਾ ਕਰਨੀ, ਇੱਛਾ ਕਰਨੀ ਹੁੰਦੀ ਹੈ ਨਾ, ਇਨ ਤੇ ਲਖੋ ਵਿਰੋਧੀ ਸੋ। ਜਿਹੜੇ ਤਿਆਗੀ ਵਿਰਾਗੀ ਸਾਧੂ ਅਤੀਤ ਆਪਣੇ ਆਪ ਨੂੰ ਕਹਾਉਂਦੇ ਆ ਬਾਲ ਗੰਧਾਈ, ਇਹਨਾਂ ਤੋਂ ਵਿਰੋਧੀ ਹੁੰਦੇ ਜਾਣ ਲਾ। ਉਹ ਇਹਨਾਂ ਦੇ ਵਿਰੋਧੀ ਹੁੰਦੇ। ਉਹ ਨਹੀਂ ਚਾਹੁੰਦੇ ਕੱਪੜੇ ਚੰਗੇ, ਉਹ ਨਹੀਂ ਚਾਹੁੰਦੇ ਮਕਾਨ, ਉਹ ਨਹੀਂ ਚਾਹੁੰਦੇ ਘੋੜੇ, ਰਾਤ ਠਾਠ ਬਾਠ ਬਿਲਕੁਲ ਨਹੀਂ ਚਾਹੁੰਦੇ ਤਿਆਗੀ। ਸੁਣ ਕੇ ਅਚਰਜ ਮਨ ਮਹਿਮਾਨਾ। ਸੁਣ ਕੇ ਇਸ ਬਾਲ ਗੁੰਦਾਈ ਨੇ ਮਨ ਵਿੱਚ ਬੜਾ ਅਚਰਜ ਮੰਨਿਆ ਵੀ ਕਮਾਲ ਹੋ ਗਈ। ਇਹ ਪਹਿਲੇ ਸਾਧੂ ਹੈ ਜਿਹੜੇ ਖਾਣ ਤੋਂ ਵੀ ਮਨਾ ਕਰਦੇ ਹੈ, ਪਾਉਣ ਤੋਂ ਮਨਾ ਕਰਦੇ ਹੈ, ਮਕਾਨਾਂ ਦੇ ਸੁੱਖ ਲੈਣ ਤੋਂ ਮਨਾ ਕਰਦੇ ਹੈ। ਬਾਲ ਗੁੰਦਾਈ ਬਚਨ ਬਖਾਨਾ। ਉਸ ਵੇਲੇ ਬਾਲ ਗੁੰਦਾਈ ਨੇ ਹੱਥ ਜੋੜ ਕੇ ਬਚਨ ਕਿਹਾ, ਦੋਹਰਾ ਕਹੋ ਅਤੀਤੋ ਨਾ ਮਨਿਜ। ਕਹਿਣ ਲੱਗਾ, ਇਹ ਅਤੀਤੋ ਸਾਧੂਓ ਵਿਰਾਗੀਓ ਤਿਆਗੀਓ, ਆਪਣਾ ਜਿਹੜਾ ਨਾਮ ਉਹ ਮੈਨੂੰ ਦੱਸੋ, ਕਹੋ। ਕਿਤ ਆਏ ਕਿਤ ਜਾਏ। ਕਿੱਥੋਂ ਤੁਸੀਂ ਆਏ ਹੋ ਤੇ ਕਿਸ ਦੇਸ਼ ਇਲਾਕੇ ਨੂੰ ਜਾਓਗੇ। ਉਤਮ ਵੇਖ ਸਰੀਰ ਮਹਿ। ਕਿਉਂਕਿ ਤੁਹਾਡੇ ਸਰੀਰ ਦੇ ਉੱਪਰ ਬਹੁਤ ਪਰਮੇਸ਼ਰ ਵੱਲੋਂ ਉੱਤਮ ਭੇਖ ਲਿਬਾਸ ਹੈ, ਬੜਾ ਸੋਹਣਾ ਲੱਗ ਰਿਹਾ ਹੈ। ਸ਼ਬ ਤੋਰ ਸੁਭਾਏ। ਫਿਰ ਤੁਹਾਡੇ ਸੁਭਾਅ ਦਾ ਜਿਹੜਾ ਤੌਰ ਤਰੀਕਾ ਉਹ ਵੀ ਬੜਾ ਚੰਗਾ, ਤੁਹਾਡਾ ਸੁਭਾਅ ਵੀ ਬਹੁਤ ਮਹਾਨ ਹੈ ਜੀ। ਚੌਪਈ ਨਾਨਕ ਨਿਰੰਕਾਰੀ ਮਮ ਨਾਏ। ਗੁਰੂ ਸਾਹਿਬ ਕਹਿਣ ਲੱਗੇ, ਬਾਲ ਗੁੰਦਾਈ ਸਾਡਾ ਨਾਮ ਨਾਨਕ ਨਿਰੰਕਾਰੀ ਹੈ, ਪਰਮੇਸ਼ਰ ਦੇ ਸੇਵਕ ਹਾਂ। ਇਹ ਕੋ ਬਾਲਾ ਲੋਕ ਲਾਏ। ਇਹ ਜੋ ਸਾਡੇ ਨਾਲ ਬੈਠੇ ਸਾਧੂ ਅਤੀਤ, ਇਹਦਾ ਨਾਮ ਲੋਕ ਭਾਈ ਬਾਲਾ ਕਹਿੰਦੇ ਆ। ਸੁਨਿਓ ਨਾਮ ਜਬ ਬਾਲ ਗੁੰਦਾਈ। ਜਦੋਂ ਬਾਲ ਗੁੰਦਾਈ ਨੇ ਨਾਮ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੀ ਆ ਗਏ ਇੱਥੇ,
ਬੰਧਨ ਕੀਨ ਪਾਉ ਅਧਕਾਈ। ਬਹੁਤ ਪ੍ਰੇਮ ਨਾਲ ਹਿਰਦੇ ਵਿੱਚ ਪ੍ਰਸੰਨ ਹੋ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਕੀਤਾ ਹੈ। ਅਬ ਜਾਣੇ ਸ੍ਰੀ ਨਾਨਕ ਸੋਈ। ਕਹਿੰਦਾ ਵੀ ਮੈਂ ਹੁਣ ਜਾਣ ਲਿਆ, ਸਮਝ ਲੈ, ਤੇ ਉਹੀਓ ਸਤਿਗੁਰੂ ਨਾਨਕ ਸਾਹਿਬ ਜੀ ਹਨ। ਚਰਚਾ ਸਿੱਧ ਨ ਸੋਜਿ ਹੋਈ। ਜਿਨ੍ਹਾਂ ਦੀ ਗਿਆਨ ਚਰਚਾ ਸਿੱਧਾਂ ਦੇ ਨਾਲ ਸਮੇਰ ਪਰਬਤ ਤੇ ਹੋਈ ਹੈ, ਤੇ ਹੋਰ ਵੀ ਕਈ ਥਾਵਾਂ ਤੇ ਹੋਈ ਹੈ। ਤੁਮ ਤੋ ਕਲਾਵਾਨ ਮਤਵਾਨਾ। ਤੁਸੀਂ ਤੇ ਮਹਾਰਾਜ ਬਹੁਤ ਵੱਡੀ ਤਾਕਤ ਵਾਲੇ ਹੋ ਤੇ ਉੱਚੀ ਸੁੱਚੀ ਬੁੱਧੀ ਵਾਲੇ ਮਹਾਨ। ਇਕ ਉੱਤਰ ਮੁਝ ਦੇਹੁ ਸਜਾਨਾ। ਸੁਗੜ ਸੁਜਾਨ ਅੰਤਰ ਜਾਮੀ ਸਤਿਗੁਰੂ ਜੀ, ਇੱਕ ਮੈਨੂੰ ਉੱਤਰ ਦਿਓ ਆਪ ਜੀ। ਬੈਠੇ ਆਪ ਵਹਿਰ ਜਿਹ ਥਾਈ। ਜਿਸ ਥਾਂ ਮਹਾਰਾਜ ਜੀ ਆਪ ਬਾਰ ਬੈਠੇ ਹੋਏ ਸੀ, ਐਵੇਂ ਮੈਦਾਨ ਵਿੱਚ ਹੀ। ਸੁਖ ਸੋ ਬਿਤਾ ਕੇ ਦੁਖ ਤਹ ਪਾਈ। ਆਪ ਜੀ ਦੀ ਉੱਥੇ ਰਾਤ ਸੁੱਖ ਨਾਲ ਲੰਘਣੀ ਬੀਤਣੀ ਸੀ ਕਿ ਜਾਂ ਵੀ ਦੁੱਖ ਉੱਥੇ ਪਾਉਣਾ ਸੀ ਆਪ ਨੇ। ਅਬ ਸ਼ਬ ਮੰਦਰ ਮਾਹੀ ਆਏ। ਆਪ ਜੀ ਹੁਣ ਵੇਖੋ ਕਿੱਡੇ ਸੋਹਣੇ ਮੰਦਰਾਂ ਮਕਾਨਾਂ ਵਿੱਚ ਆਏ ਹੋ। ਜਹਾਂ ਸਗਰ ਸ਼ਰਮ ਜਾਏ ਬਿਲਾਏ। ਜਿੱਥੇ ਤੁਹਾਡਾ ਸਾਰਾ ਥਕੇਵਾ ਦੂਰ ਹੋ ਜਾਏਗਾ, ਖਤਮ ਹੋ ਜਾਏਗਾ ਵਿਸ਼ਰਾਮ ਕਰਕੇ। ਦੋਹਰਾ ਗੁਰੂ ਭਨਿਓ ਬੈਠੇ ਜਹਾਂ। ਗੁਰੂ ਸਾਹਿਬ ਜੀ ਨੇ ਕਿਹਾ ਵੀ ਬਾਲ ਗੁੰਦਾਈ, ਜਿੱਥੇ ਅਸੀਂ ਬੈਠੇ ਹੋਏ ਸਾਂ ਹੋਤ ਜਾਤ ਗੁਜ਼ਰਾਨਾ। ਉੱਥੇ ਵੀ ਤੇ ਗੁਜ਼ਾਰਾ ਹੋ ਹੀ ਜਾਣਾ ਸੀ ਨਾ, ਸਮਾਂ ਲੰਘ ਹੀ ਜਾਣਾ ਸੀ। ਅਜੇ ਤੱਕ ਕੀ ਰੁਕਿਆ ਹੈ ਵੀ ਕਿਹੜਾ ਸਮਾਂ ਹੈ ਜਿਹੜਾ ਲੰਘਿਆ ਨਹੀਂ ਜਾਂ ਰੁਕ ਗਿਆ। ਉੱਥੇ ਵੀ ਗੁਜ਼ਾਰਾ ਹੋ ਹੀ ਜਾਣਾ ਸੀ। ਜੇ ਫਕੀਰ ਖੋਜਾਂ ਕਹਾਂ। ਕਿਉਂਕਿ ਜਿਹੜੇ ਫਕੀਰ ਹੁੰਦੇ ਆ ਤੀਤ ਬਰਾਗੀ ਤਿਆਗੀ ਸਾਧੂ, ਵੀ ਉਹ ਕਿੱਥੇ ਕਿੱਥੇ ਚੰਗੇ ਚੰਗੇ ਥਾਂ ਲੱਭਦੇ ਫਿਰਨ। ਮੰਦਰ ਨੀਕੇ ਥਾਨ। ਚੰਗੇ ਜਿਹੜੇ ਮੰਦਰ ਤੇ ਚੰਗੇ ਥਾਂ ਵੀ ਉਹ ਕਿੱਥੇ ਲੱਭਦੇ ਰਹਿਣ ਵੀ ਇੱਥੇ ਚੰਗਾ ਥਾਂ ਹੋਵੇ ਤੇ ਫਿਰ ਰਹੀਏ। ਆ ਹੁਣ ਤੇ ਪਹਿਲਾਂ ਹੀ ਫੋਨ ਕਰ ਦਿੰਦੇ ਆ, ਆ ਜੀ ਮੈਂ ਆ ਰਿਹਾ ਐਰਕਾਂ, ਚਾਬੀ ਲੈ ਕੇ ਰੱਖ ਲਿਓ, ਪਹਿਲਾਂ ਹੀ ਸੋਹਣਾ ਪ੍ਰਬੰਧ ਕਰਿਓ, ਏਸੀ ਕਮਰਾ ਹੋਵੇ, ਐਵੇਂ ਉੱਥੇ ਕੋਈ ਘਾਟ ਨਾ ਹੋਵੇ, ਮੈਂ ਆ ਰਿਹਾ, ਐਵੇਂ ਪਹਿਲਾਂ ਹੀ ਫੋਨ ਕਰ ਦਿੰਦੇ ਅੱਜ ਕੱਲ੍ਹ। ਕਿਉ ਪਈ ਪੁਨ ਕਹਿ ਮੁਝ ਕੋ ਕਿਉਂ ਨਾ ਬਤਾਵਤ। ਕਿਉਂਕਿ ਸਾਧ ਸੰਗਤ ਜੀ ਇੱਥੇ ਗੁਰੂ ਘਰ ਦਾ ਸਿਧਾਂਤ ਸਿੱਧਾ ਸਪਸ਼ਟ ਹੋ ਰਿਹਾ ਕਿ ਜਿੱਥੇ ਗੁਰੂ ਘਰ 'ਚ ਯਾਤਰਾ ਜਾਣੀ ਹੈ, ਯਾਤਰਾ ਕਰਨੀ ਜਾਣਾ ਹੈ, ਅਤੇ ਉੱਥੇ ਫਿਰ ਇਹੋ ਜਿਹੇ ਦਾਅਵੇ ਕੀ ਕਰਨੇ ਵੀ ਚੰਗਾ ਸੁੱਖ ਦੀਆਂ ਸਥਾਨ ਹੋਣ। ਆ ਮਾਤੜ ਹੋਣੀ ਉੱਥੇ ਰਹਿੰਦੇ ਰਹੇ ਨਾ ਹਜ਼ੂਰ ਸਾਹਿਬ, ਅਤੇ ਉੱਥੇ ਵੀ ਕਈ ਜਾ ਕੇ ਇਹੋ ਝਗੜਾ, ਸਾਨੂੰ ਕਮਰਾ ਉੱਚਾ ਨਾ ਦਿਓ ਜੀ, ਸਾਨੂੰ ਥੱਲੇ ਦਿਓ, ਅਤੇ ਏਸੀ ਵਾਲਾ ਦਿਓ। ਇੱਥੋਂ ਐਵੇਂ ਜਾਂਦੇ ਮੇਰੇ ਵਰਗੇ ਮਾਤੜ, ਕੋਈ ਏਸੀ ਉਸੀ ਨਹੀਂ ਹੁੰਦਾ ਘਰ, ਉੱਥੇ ਏਸੀ ਵਾਲਾ ਕਮਰਾ ਚਾਹੀਦਾ ਹੈ। ਸਾਧ ਸੰਗਤ ਜੀ ਫਿਰ ਯਾਤਰਾ ਸਫਲ ਨਹੀਂ ਹੁੰਦੀ ਜਦੋਂ ਆਪਣੀ ਤਮੰਨਾ ਇੱਛਾ। ਗੁਰੂ ਸਾਹਿਬ ਤੇ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪਰ ਸੁੱਖ ਘਰ ਦੀਆਂ ਆਦਤਾਂ ਵੀ ਬਾਹਰ। ਜਦੋਂ ਏਸੀ ਵਾਲਾ ਕਮਰਾ ਹੋਏਗਾ, ਚੰਗੇ ਉੱਥੇ ਬੈੱਡ ਲੱਗੇ ਹੋਣਗੇ, ਅਤੇ ਕਿਹਨੇ ਉੱਠਣਾ, ਕਿਹਨੇ ਸੇਵਾ ਕਰਨੀ, ਕਿਹਨੇ ਨਿਤਨੇਮ ਕਰਨਾ, ਕਿਹਨੇ ਦਰਸ਼ਨ ਕਰਨੇ। ਕਈ ਤਾਂ ਉਹ ਉੱਠਦੇ ਹੀ ਨਹੀਂ, ਪਏ ਰਹਿੰਦੇ ਫਿਰ ਜਾ ਕੇ। ਐਵੇਂ ਗੁਰੂ ਘਰ ਜਾਣ ਲੱਗਿਆ ਹਜੇ ਤਮੰਨਾ ਨਹੀਂ ਕਰਨੀ ਚਾਹੀਦੀ। ਇੱਥੇ ਗੁਰੂ ਘਰ ਦਾ ਵੇਖੋ ਸਿਧਾਂਤ ਆ ਹੀ ਰਿਹਾ ਵੀ ਮਹਾਰਾਜ ਕਹਿੰਦੇ ਵੀ ਜਿਹੜੇ ਤੀਤ ਸਾਧੂ ਹੁੰਦੇ ਆ ਵੀ ਕਿੱਥੇ ਕਿੱਥੇ ਉਹ ਥਾਵਾਂ ਲੱਭਦੇ ਫਿਰਨ ਵੀ ਚੰਗੇ ਮੰਦਰ, ਚੰਗੇ ਥਾਂ। ਅਤੇ ਲੋਕ ਤਾਂ ਪਹਿਲਾਂ ਹੀ ਫੋਨ ਕਰ ਦਿੰਦੇ ਯਾਰ ਕਾ ਮੈਂ ਵਿਸਾਖੀ 'ਤੇ ਆ ਰਿਹਾ, ਕਮਰਾ ਸੋਹਣਾ ਲੱਭ ਛੱਡਿਓ। ਅਸਲ ਵਿੱਚ ਤਾਂ ਇਹ ਚਾਹੀਦੀ ਤਮੰਨਾ ਕਿ ਜਿੱਥੇ ਜਾਣਾ ਉੱਥੇ ਕੋਈ ਜੀ ਆਇਆ ਆਖੇ ਨਾ ਆਖੇ, ਕੋਈ ਖਾਣ ਪੀਣ ਦਾ ਚੰਗਾ ਪ੍ਰਬੰਧ ਹੋਵੇ ਨਾ ਹੋਵੇ, ਰਹਿਣ ਵਾਸਤੇ ਚੰਗਾ ਮਕਾਨ ਮਿਲੇ ਨਾ ਮਿਲੇ। ਇਹ ਤਿੰਨ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ। ਕਦੇ ਆਪਣੇ ਮੂੰਹ ਨਹੀਂ ਕਹਿਣਾ ਚਾਹੀਦਾ ਐਸਾ ਕਰੋ ਐਸਾ ਕਰੋ। ਹੁਣ ਉੱਥੇ ਪਹਿਲਾਂ ਹੀ ਕਹੀ ਜਾਵਾਂਗੇ ਮੇਰੇ ਵਾਸਤੇ ਚਾਬੀ ਰੱਖ ਲਿਓ, ਅਤੇ ਸਾਧ ਸੰਗਤ ਜੀ ਗੁਰੂ ਘਰ 'ਤੇ ਹਜ਼ਾਰਾਂ ਨਾਲ ਸੰਗਤ ਆਉਣੀ, ਅਤੇ ਕਿਹਦੇ ਕਿਹਦੇ ਵਾਸਤੇ ਅਤੇ ਕਮਰੇ ਬਾਬੇ ਪੂਰੇ ਕਰਨ। ਸੰਗਤ ਦੀ ਕਦੇ ਸੰਗਤ ਦੇ ਪ੍ਰਬੰਧ ਕੋਈ ਪੂਰੇ ਨਹੀਂ ਅੱਜ ਤੱਕ ਕਰ ਸਕਿਆ ਕੋਈ। ਸੰਗਤ ਦੇ ਅੱਗੇ ਹਰ ਇੱਕ ਚੀਜ਼ ਛੋਟੀ ਪੈ ਜਾਂਦੀ ਹੈ। ਅਤੇ ਇਵੇਂ ਵੀ ਜਿਹੜਾ ਕਹਿਣਾ ਵੀ ਸਾਡੇ ਵਾਸਤੇ ਆਹ ਕਰ ਲਿਓ, ਫਿਰ ਉੱਥੇ ਕਰਨਾ ਕੀ ਹੈ।
ਅੱਜ ਜਦੋਂ ਉੱਥੋਂ ਹੋ ਆਏ ਤੇ ਇੱਥੇ ਆ ਕੇ ਉਹ ਗੱਲਾਂ ਕਰਨੀਆਂ, ਚੰਗਾ ਖਾਣ ਨੂੰ ਸੀ ਸਾਡੇ ਵਾਸਤੇ, ਕਮਰੇ 'ਚ ਹੀ ਆ ਜਾਂਦਾ ਸੀ, ਏਸੀ ਲੱਗਾ ਸੀ, ਐਵੇਂ ਅਸੀਂ ਤਾਂ ਬਹੁਤ ਆਨੰਦ ਨਾਲ ਰਹੇ 10 ਦਿਨ, ਕੋਈ ਪਰੇਸ਼ਾਨੀ ਨਹੀਂ ਆਈ। ਅਤੇ ਜੇ ਆਪਾਂ ਜਾਵਾਂਗੇ ਸਥਾਨ ਦੀ ਕੋਈ ਭਾਲ ਨਹੀਂ ਕਰਾਂਗੇ, ਸਰਾਵਾਂ ਵਿੱਚ ਜਿੱਥੇ ਥਾਂ ਮਿਲੂ ਸੰਗਤ ਵਿੱਚ ਬੈਠ ਕੇ ਭੋਜਨ ਛਕ ਲਵਾਂਗੇ ਅਤੇ ਉਹਦੇ ਵਿੱਚ ਬੜੀ ਭਲਾਈ ਹੈ। ਫਿਰ ਜਪ ਤਪ ਕਰਾਂਗੇ, ਕਥਾ ਸੁਣਾਂਗੇ, ਕੀਰਤਨ ਸੁਣਾਂਗੇ। ਜੇ ਸੁੱਖ ਹੀ ਭਾਲਿਆ ਗੁਰੂ ਘਰ ਜਾ ਕੇ ਤਾਂ ਫਿਰ ਕੀ ਹੈ। ਸਹੂਲਤਾਂ ਨਹੀਂ ਭਾਲਣੀਆਂ ਚਾਹੀਦੀਆਂ, ਗੁਰੂ ਘਰ ਜੋ ਮਿਲੇ ਉਹ ਚੁੱਪ ਕਰਕੇ ਛਕ ਛਕਾ ਲੈਣਾ ਚਾਹੀਦਾ। ਜਿਹੋ ਜਿਹਾ ਥਾਂ ਮਿਲੇ ਉੱਥੇ ਰਹਿ ਲੈਣਾ ਚਾਹੀਦਾ। ਐਵੇਂ ਵੰਨ ਸਵੰਨੀਆਂ ਭਾਲਾਂ ਨਹੀਂ ਕਰਨੀਆਂ ਚਾਹੀਦੀਆਂ, ਨਹੀਂ ਤੇ ਕਾਹਦੀ ਯਾਤਰਾ ਹੈ। ਜੋ ਕੋਈ ਪੁਨ ਕਹਿ ਮੁਝ ਕੋ ਕਿਉਂ ਨਾ ਬਤਾਵਤ। ਐਵੇਂ ਸਾਧੂ ਬਾਲ ਗੰਦਾਈ ਫਿਰ ਕਹਿਣ ਲੱਗੇ, ਮਹਾਰਾਜ ਮੈਨੂੰ ਤੁਸੀਂ ਕਿਉਂ ਨਹੀਂ ਸੱਚੋ ਸੱਚ ਦੱਸਦੇ। ਸੁਖ ਗੁਜਰਤ ਕੈ ਕਸ਼ਟ ਬਿਹਾਵਤ। ਕਿ ਜੇ ਤੁਸੀਂ ਉੱਥੇ ਬਾਹਰ ਬੈਠੇ ਰਹਿੰਦੇ ਸੁੱਖ ਦਾ ਰਾਤ ਗੁਜ਼ਰਦੀ, ਜਾਂ ਦੁੱਖ ਵਿੱਚ ਬਤੀਤ ਹੁੰਦੀ ਵੀ ਦੁੱਖ ਹੁੰਦਾ। ਗੁਰੂ ਕਹਿ ਗੁਜਰਤ ਦੁਖ ਸੰਗ। ਮਹਾਰਾਜ ਕਹਿਣ ਲੱਗੇ ਵੀ ਬਾਲ ਗੰਦਾਈ ਵੀ ਇਹ ਤਾਂ ਗੱਲ ਠੀਕ ਹੀ ਹੈ ਵੀ ਜੇ ਬਾਹਰ ਰਹਿੰਦੇ ਤੇ ਜਿਹੜੀ ਰਾਤ ਉਹ ਕਸ਼ਟ ਵਿੱਚ ਹੀ ਬਤੀਤ ਹੋਣੀ ਸੀ, ਗੁਜ਼ਰਨੀ ਸੀ। ਆਏ ਹੋਤੀ ਤਬ ਘਟਾ ਉਮੰਗ। ਕਿਉਂਕਿ ਉਸ ਵੇਲੇ ਆਕਾਸ਼ ਦੇ ਵਿੱਚ ਕਾਲੀਆਂ ਘਟਾਵਾਂ ਜਿਹੜੀਆਂ ਉੱਚੀਆਂ ਉੱਚੀਆਂ ਚੜ੍ਹ ਕੇ ਆ ਗਈਆਂ ਸਨ। ਪੁਨ ਆਪਨ ਕਰ ਮੈਂ ਲੈ ਸਾਕ। ਫਿਰ ਇਹ ਜਦੋਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਚਲੋ ਵੀ ਉਹ ਠੀਕ ਹੈ ਵੀ ਬਾਲ ਗੰਦਾਈ ਜੇ ਨਾਮ ਦੇ ਤੇ ਉੱਥੇ ਕਸ਼ਟ ਹੋਣਾ ਹੀ ਸੀ, ਵੀ ਮੀਂਹ ਚਲੋ ਆ ਜਾਣਾ ਸੀ। ਇਸੇ ਤਰ੍ਹਾਂ ਵੀ ਚਲੋ ਪ੍ਰਬੰਧ ਪਹਿਲਾਂ ਕਰ ਲਈ ਤੇ ਚੰਗੀ ਗੱਲ ਹੁੰਦੀ ਹੁੰਦੇ ਤੇ ਵੀ ਥਕੇਵੇਂ ਥੁਕੇਵੇਂ ਲੱਥ ਜਾਂਦੇ ਆ। ਪਰ ਇਹੋ ਜਿਹੀਆਂ ਗੱਲਾਂ ਗੁਰੂ ਘਰ ਜਾ ਕੇ ਨਹੀਂ ਕਰੀਦੀਆਂ ਸਾਧ ਸੰਗਤ ਜੀ। ਇਹ ਤਾਂ ਗੁਰੂ ਕੀ ਸੰਗਤ ਨੂੰ ਜੋ ਮਿਲ ਜਾਏ ਜਾਂਦਿਆਂ ਉਹੀ ਗ੍ਰਹਿਣ ਕਰ ਲੈਣਾ ਚਾਹੀਦਾ। ਐਸੇ ਐਸੇ ਮਹਾਤਮਾ ਹੋਏ ਹੈ ਜਿਨ੍ਹਾਂ ਦੇ ਮਾਤਾਵਾਂ ਜਾਂਦੀਆਂ ਰਹੀਆਂ ਸੰਗਤ ਵਿੱਚ। ਉਹ ਕਹਿਣ ਲੱਗੇ ਸਿੱਖ ਸੇਵਕ ਸੰਤਾਂ ਦੇ, ਕਹਿੰਦੇ ਮਹਾਂਪੁਰਸ਼ੋ ਤੁਹਾਡੇ ਮਾਤਾ ਜੀ ਵੀ ਆਏ ਹੈ। ਕਹਿੰਦੇ ਭਾਈ ਆਏ ਤਾਂ ਕੀ ਕਰੀਏ, ਜਿੱਥੇ ਹਜ਼ਾਰਾਂ ਦੀ ਸੰਗਤ ਸੌਂ ਰਹੀ ਹੈ ਉੱਥੇ ਸਾਡੀ ਮਾਤਾ ਸੌਂ ਜੂਗੀ। ਵੀ ਹੁਣ ਮਾਤਾ ਵਾਸਤੇ ਥੋੜ੍ਹੀ ਕਮਰਾ ਨਵਾਂ ਲੈ ਕੇ ਦੇਣਾ ਹੈ। ਜਿੱਥੇ ਸੰਗਤ ਗੁਰੂ ਦੀ ਇੱਕ ਥਾਂ ਪਈ ਉੱਥੇ ਮਾਤਾ ਵੀ ਪਈ ਰਹੂਗੀ। ਐਵੇਂ ਜਿਹੜੇ ਕਮਾਈ ਵਾਲੇ ਸਾਧੂ ਹੁੰਦੇ ਉਹ ਤਾਂ ਐਵੇਂ ਪਰਿਵਾਰ ਨੂੰ ਵੀ ਜਾਂਦਿਆਂ ਨਹੀਂ ਕਹਿੰਦੇ ਵੀ ਤੁਹਾਨੂੰ ਕਮਰਾ ਦੇ ਦੇਣੇ ਅਤੇ ਦੂਜੇ ਬਾਹਰ ਪਏ ਰਹਿਣ। ਉਹ ਐਸਾ ਕਰਦੇ ਆ ਇੱਥੇ ਤੇ ਚਲੇ ਜਾਓ। ਕਈ ਅੱਜ ਇੱਥੇ ਲੱਗੇ ਲੁੱਗੇ ਨਾ ਆਪੋ ਆਪਣੀ ਨੌਕਰੀਆਂ ਜਿਹੀਆਂ ਦੇ, ਆਪਣੇ ਬੰਦਿਆਂ ਲਈ ਨਾ ਕਮਰੇ ਖੋਲ੍ਹ ਦੇਣੇ, ਦੂਜਿਆਂ ਨੂੰ ਕਹਿਣਾ ਵੀ ਕਮਰਾ ਵਿਹਲਾ ਨਹੀਂ ਹੈ। ਪੁਨ ਆਪਨ ਕਰ ਮੈਂ ਲੈ ਸਾਕ। ਫਿਰ ਬਾਲ ਗੰਦਾਈ ਸਾਧੂ ਆਪਣੇ ਹੱਥਾਂ ਵਿੱਚ ਸਾਗ ਲੈ ਕੇ ਭਖਰੇ ਕੀ ਰੋਟੀ ਕਹਿਵਾਕ। ਭਖਰੇ ਦੀ ਜਿਹੜੀ ਰੋਟੀ ਨਾ ਰੁੱਖੀ ਮਿੱਸੀ, ਉਹਦੇ ਉੱਪਰ ਸਾਗ ਲੈ ਕੇ ਤੇ ਬਚਨ ਕਹਿਣ ਲੱਗਾ, ਇਸ ਪ੍ਰਕਾਰ ਕੋ ਮੋਰ ਆਹਾਰਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੇਰਾ ਤੇ ਇਸੇ ਤਰ੍ਹਾਂ ਦੇ ਭੋਜਨ ਹੈ। ਮੈਂ ਸਾਗ ਦੇ ਉੱਪਰ ਭਾਵ ਐਵੇਂ ਰੋਟੀ ਦੇ ਉੱਪਰ ਐਵੇਂ ਸਾਗ ਮਾੜਾ ਮੋਟਾ ਜਿਹਾ ਰੱਖ ਕੇ ਰੁੱਖਾ ਮਿੱਸਾ ਖਾ ਲੈਣਾ। ਆ ਜਿੰਨੇ ਤੁਸੀਂ ਭੋਜਨ ਵੇਖ ਰਹੇ ਹੋ ਨਾ ਬਣ ਰਹੇ, ਇਹ ਮੇਰੇ ਵਾਸਤੇ ਨਹੀਂ ਹੈ। ਇਹ ਤਾਂ ਜਿਹੜੇ ਆਏ ਗਏ ਸਾਧੂਆਂ ਸੰਤਾਂ ਗਰੀਬ ਗੁਰਬੇ ਵਾਸਤੇ। ਮੈਂ ਤਾਂ ਐਸਾ ਸਾਦਾ ਹੀ ਭੋਜਨ ਖਾਂਦਾ। ਉਹ ਮਹਾਤਮਾ ਗੁਰੂ ਕੇ ਘਰ ਵਿੱਚ ਵੀ ਐਸੇ ਸੰਤ ਹੋਏ ਕਾਰ ਸੇਵਾ ਵਾਲੇ, ਉਹ ਭੋਜਨ ਜਿਹੜਾ ਪ੍ਰਸ਼ਾਦਾ ਸੀ ਨਾ ਉਹ ਹੱਥਾਂ 'ਤੇ ਰੱਖ ਕੇ ਦਾਲ ਪਵਾ ਕੇ ਅਤੇ ਜੋੜਿਆਂ 'ਤੇ ਬਹਿ ਕੇ ਛਕ ਲੈਂਦੇ ਰਹੇ। ਉਹ ਮਹਾਤਮਾ ਦਾ ਨਾਮ ਨਹੀਂ ਚੇਤੇ, ਕਾਰ ਸੇਵਾ ਵਾਲੇ ਹੋਏ ਮਹਾਂਪੁਰਸ਼। ਐਵੇਂ ਹੀ ਢੱਠਾ ਜਿਹਾ ਪਰਨਾ ਬਣਿਆ ਹੋਣਾ, ਚੋਲਾ ਵੀ ਉਹੋ ਜਿਹਾ ਹੀ, ਪ੍ਰਸ਼ਾਦੇ 'ਤੇ ਪਾ ਕੇ ਦਾਲ 'ਤੇ ਤੁਰੇ ਫਿਰਨਾ, ਨਾਲ ਨਾਲ ਪ੍ਰਸ਼ਾਦਾ ਛਕੀ ਜਾਣਾ ਜੋੜਿਆਂ 'ਤੇ ਬੈਠੇ ਹੀ। ਐਸੀ ਐਸੀ ਅਵਸਥਾ ਹੁੰਦੀ। ਉਹ ਗੁਰੂ ਘਰਾਂ ਵਿੱਚ ਸੰਤ ਹੋ ਕੇ ਵੀ ਅਸੀਂ ਸੰਤਾਂ ਨਹੀਂ ਤੇ ਅੱਜ ਕੱਲ੍ਹ ਆ ਜਿਹੜੇ ਨੌਕਰੀਆਂ ਕਰਦੇ ਨਾ ਗੁਰੂ ਘਰਾਂ 'ਚ, ਤੜਕਾ ਵੱਖਰਾ ਉਹਨਾਂ ਦਾ ਦਾਲ ਦਾ, ਅਤੇ ਉਹ ਕੋਈ ਫਲ ਫਰੂਟ ਆ ਗਿਆ ਅਤੇ ਉਹ ਪਹਿਲਾਂ ਹੀ ਲੁਕਾਉਣਾ ਸ਼ੁਰੂ ਨਾ ਕਰ ਦੇਣਾ ਵੀ ਇਹ ਹੜੱਪ ਲਈਏ ਦਵਾ ਦਾਵਾ। ਜਿਹੜੇ ਮਹਾਤਮਾ ਅੱਜ ਵੀ ਅੱਖੀਂ ਵੇਖੇ ਉਹ ਮਹਾਤਮਾ ਸੰਤ, ਉਹ ਜਿੱਥੇ ਗੁਰੂ ਕੇ ਲੰਗਰ ਵਿੱਚ ਸਾਰੀ ਸੰਗਤ ਲੰਗਰ ਛਕਦੀ, ਉੱਥੇ ਹੀ ਉਹ ਬਾਬਾ ਜੀ ਆਪ ਛਕਦੇ ਆ।
ਆਪ ਵੀ ਉੱਥੇ ਲੰਗਰ ਛਕਦੇ ਆ ਤੇ ਸਾਦਾ ਖਾਂਦੇ ਆ, ਕਿਤੇ ਬਾਹਰ ਨਹੀਂ ਛਕਦੇ। ਨਹੀਂ ਤੇ ਪੈਸੇ ਦੀ ਕਮੀ ਕੋਈ ਨਹੀਂ, ਲੋਕ ਤੇ ਪੈਸੇ ਚੋਲਾ ਭਰ ਦਿੰਦੇ ਪਾ ਪਾ ਕੇ ਸ਼ਾਮ ਤੱਕ ਰੋਜ਼ ਸਾਦਾ ਪ੍ਰਸ਼ਾਦਾ ਖਾਂਦੇ ਹੋ ਤੇ ਗੁਰੂ ਕੇ ਲੰਗਰ 'ਚ ਬਹਿ ਕੇ ਛਕਦੇ ਆ। ਤੇ ਉਹਨਾਂ ਮਹਾਤਮਾ ਸੰਤਾਂ ਦੀ ਸਾਧ ਸੰਗਤ ਜੀ ਐਸੀ ਵਡਿਆਈ ਨਹੀਂ ਤੇ ਕਿਹੜਾ ਘਾਟਾ। ਚੰਗਾ ਪਨੀਰ ਖਾਣ, ਕਈ ਕੁਝ ਖਾਣ, ਗੁਰੂ ਕੀ ਸੰਗਤ ਵਾਸਤੇ ਪ੍ਰਸ਼ਾਦਾ ਦੂਸਰਾ, ਆਪਣੇ ਵਾਸਤੇ ਦੂਸਰਾ। ਇਹ ਜਿਹੜੀ ਇਹ ਗੱਲ ਕਈਆਂ 'ਚ ਹੁੰਦੀ ਹੈ, ਪਰ ਜਿਹੜੇ ਪੂਰੇ ਮਹਾਤਮਾ ਉਹ ਆਪ ਰੁੱਖਾ ਮਿੱਸਾ ਛਕਦੇ ਹੈ, ਸੰਗਤ ਨੂੰ ਚੰਗਾ ਬਣਾ ਦਿੰਦੇ। ਇਸੇ ਤਰ੍ਹਾਂ ਬਾਲ ਗੰਦਾਈ ਸਾਧੂ ਸੀ ਵੀ ਕਹਿੰਦਾ ਮਹਾਰਾਜ ਮੈਂ ਤੇ ਭੱਖਰੇ ਦੀ, ਕਹਿੰਦੇ ਮਹਾਰਾਜ ਮੈਂ ਤੇ ਭੱਖਰੇ ਦੀ ਰੋਟੀ ਤੇ ਪਾ ਕੇ ਸਾਗ ਹੀ ਮਾੜਾ ਮੋਟਾ ਖਾਨਾ, ਆ ਜਿੰਨੇ ਪਦਾਰਥ ਵੇਖ ਰਹੇ ਇਹ ਦੂਜੇ ਸਾਧੂਆਂ ਵਾਸਤੇ ਹਨ। ਲਖੋ ਇਸ ਪ੍ਰਕਾਰ ਲਖੋ ਪਦਾਰਥ ਪਰਉਪਕਾਰਾ। ਐਵੇਂ ਜਿਹੜੇ ਦੂਸਰੇ ਪਦਾਰਥ ਆਪ ਵੇਖ ਰਹੇ ਨਾ ਬਣ ਰਹੇ ਗੁਰੂ ਸਾਹਿਬ ਜੀ, ਘੋੜੇ, ਕੱਪੜੇ, ਖਾਣੇ, ਭੋਜਨ, ਇਹ ਤੇ ਦੂਸਰਿਆਂ ਦੇ ਭਲੇ ਵਾਸਤੇ, ਪਰਾਇਆਂ ਦੇ ਭਲੇ ਵਾਸਤੇ। ਮੈਂ ਮਹਾਰਾਜ ਨਾ ਖਾਂਦਾ ਹਾਂ ਚੰਗਾ, ਨਾ ਮੈਂ ਕੱਪੜੇ ਮਨ ਸਵੰਨੇ ਪਾਉਂਦਾ, ਨਾ ਘੋੜਿਆਂ 'ਤੇ ਚੜ੍ਹਦਾ ਹਾਂ। ਕਬ ਹਾ ਕਰੋ ਨਾ ਅੰਗੀਕਾਰਾ। ਕਦੀ ਵੀ ਅੰਗੀਕਾਰ ਨਹੀਂ ਕਰਦਾ ਨਾ ਚੀਜ਼ਾਂ ਨੂੰ, ਇਹ ਤੇ ਦੂਸਰਿਆਂ ਵਾਸਤੇ ਰੱਖੇ ਹੋਏ ਆ ਸਾਰੇ। ਸਭ ਰਾਖੇ ਮੈਂ ਹਿਤੋਪਕਾਰਾ। ਸਾਰੇ ਜਿੰਨੇ ਹੀ ਇੱਥੇ ਆਪ ਜੀ ਖਜ਼ਾਨੇ ਦੇਖ ਰਹੇ ਦੂਸਰਿਆਂ ਦੇ ਉਪਕਾਰ ਭਲੇ ਵਾਸਤੇ ਰੱਖੇ ਹੈ ਜੀ ਮਹਾਰਾਜ। ਅਨੇਕ ਲੋਕ ਸੁਖ ਪਾਵਹਿ ਆਈ। ਅਨੇਕਾਂ ਹੀ ਲੋਕ ਇੱਥੇ ਟਿਕਾਣੇ 'ਤੇ ਆ ਜਾਂਦੇ ਡੇਰੇ ਵਿੱਚ ਤੇ ਸੁੱਖ ਪਾਉਂਦੇ ਆ ਕੇ ਮਹਾਰਾਜ ਸਹੂਲਤਾਂ ਲੈ ਕੇ। ਮਾਰਗ ਸ਼ਮ ਕੋ ਦੇਹ ਬਿਲਾਈ। ਉਹ ਇੱਥੇ ਆਉਂਦੇ ਹੈ ਗੁਰੂ ਸਾਹਿਬ ਜੀ ਜੋ ਸਰਦਾ ਬੰਦਾ ਘੋੜਾ ਅੱਗੋਂ ਭੇਜ ਦਈਦਾ ਹੈ ਤੇ ਉਹ ਜਦੋਂ ਇੱਥੇ ਆ ਜਾਂਦੇ ਆ ਫਿਰ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾ ਦਈਦਾ ਹੈ, ਸੌਣ ਲਈ ਬਿਸਤਰਾ ਦੇ ਦਈਦਾ, ਮਕਾਨ ਦੇ ਦਈਦਾ ਹੈ, ਜਿਸ ਕਰਕੇ ਉਹਨਾਂ ਦਾ ਥਕੇਵਾਂ ਦੂਰ ਹੋ ਜਾਂਦਾ ਹੈ। ਅਤੇ ਥਕੇਵਾਂ ਦੂਰ ਹੋਣ ਤੋਂ ਬਾਅਦ ਉਹਨਾਂ ਨੂੰ ਰਸਤਾ ਜਿਹੜਾ ਲੱਭ ਜਾਂਦਾ ਹੈ, ਰਸਤੇ ਦਾ ਥਕਾਵਟ ਆਪਣੀ ਸਾਰੀ ਦੂਰ ਕਰ ਦਿੰਦੇ ਹੈ। ਇਸ ਪ੍ਰਕਾਰ ਕੀ ਸੁਨ ਕਰ ਬਾਣੀ। ਇਸ ਤਰ੍ਹਾਂ ਬਾਲ ਗੰਦਾਈ ਦੀ ਬਾਣੀ ਸੁਣ ਕੇ ਅਧਿਕ ਪ੍ਰਸ਼ੰਸਾ ਗੁਰੂ ਬਖਾਨੀ। ਗੁਰੂ ਸਾਹਿਬ ਨੇ ਬਹੁਤ ਪ੍ਰਸ਼ੰਸਾ ਕੀਤੀ ਹੈ ਵੀ ਐਵੇਂ ਚਲੋ ਚਾਹੀਦਾ ਹੀ ਹੈ ਮਹਾਤਮਾ ਨੂੰ ਵੀ ਦੂਸਰਿਆਂ ਵਾਸਤੇ ਕਰੇ ਤੇ ਆਪ ਉਹ ਸਾਦਾ ਹੀ ਰਵੇ। ਉਹ ਅਤੀਤ ਹੈ ਅਸਲ ਵਿੱਚ, ਉਹਨੂੰ ਫਕੀਰ, ਉਹਨੂੰ ਤਿਆਗੀ ਵਿਰਾਗੀ ਕਿਹਾ ਜਾਂਦਾ ਹੈ। ਉਹ ਤਿਆਗੀ ਵਿਰਾਗੀ ਨਹੀਂ ਹੈ ਵੀ ਜਿਹੜਾ ਲੋਕਾਂ ਦੀ ਨਜ਼ਰਾਂ ਵਿੱਚ ਕਹਿ ਕੇ ਚਲੇ ਜਾਵੇ ਤੇ ਉਹਦਾ ਛਕਣ ਛਕਾਉਣ ਪੂਰਾ ਹੀ ਵੰਨ ਸਵੰਨਾ ਹੋਵੇ। ਇਵੇਂ ਸਾਧ ਸੰਗਤ ਜੀ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਸਾ ਰਹੇ ਸਨ ਤੇ ਆਪ ਮਹਾਰਾਜ ਖਰਚਾ ਦੇ ਦੇ ਕੇ ਕਾਰੀਗਰ ਲਾਏ ਹੋਏ ਆ, ਕੋਈ ਰਾਜ ਮਿਸਤਰੀ, ਕੋਈ ਲੱਕੜ ਦੇ ਮਿਸਤਰੀ, ਜਿਹੜੇ ਗਰੀਬ ਗੁਰਬੇ ਆਉਂਦੇ ਆ, ਸਾਧੂ ਸੰਤ ਆਉਂਦੇ, ਇਹਨਾਂ ਨੂੰ ਨਗਰ ਵਸਾ ਕੇ ਅਨੰਦਪੁਰ ਵਿੱਚ ਘਰ ਬਣਾ ਕੇ ਸਤਿਗੁਰੂ ਜੀ ਦੇ ਰਹੇ ਆ। ਜਦੋਂ ਦੇ ਰਹੇ ਆ ਸਰਾਵਾਂ ਬਣ ਰਹੀਆਂ, ਲੰਗਰ ਚੱਲ ਰਹੇ ਆ ਗੁਰੂ ਘਰ ਦੇ। ਇਹ ਰੋਪੜ ਤੋਂ ਇੱਕ ਫਕੀਰ ਆਪਣੇ ਮਰੀਦਾਂ ਨੂੰ ਮਿਲਣ ਵਾਸਤੇ ਜਾ ਰਿਹਾ ਸੀ। ਉਹਨੇ ਪੁੱਛਿਆ ਵੀ ਆਹ ਕੌਣ ਐਸਾ ਨਗਰ ਵਸਾ ਰਿਹਾ ਹੈ? ਕਹਿੰਦੇ ਵੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਸਾ ਰਹੇ। ਇਹ ਫਕੀਰ ਕਹਿਣ ਲੱਗਾ ਮੁਸਲਮਾਨ ਵੀ ਗੁਰੂ ਕੀ ਤੇ ਨਗਰ ਵਸਾਉਣਾ ਕੀ? ਕਿ ਗੁਰੂ ਹੋਵੇ ਤੇ ਨਗਰੀ ਵਸਾਉਂਦਾ, ਫਿਰ ਇਹ ਕੀ ਹੈ? ਇਹ ਗੱਲ ਕਹਿ ਕੇ ਉਹਨਾਂ ਨੂੰ ਕਾਰੀਗਰਾਂ ਨੂੰ ਜਿਨ੍ਹਾਂ ਨੂੰ ਮਿਲਿਆ ਸੀ ਕਹਿੰਦਾ ਵੀ ਮੈਂ ਇਹਦਾ ਮੈਨੂੰ ਉੱਤਰ ਚਾਹੀਦਾ, ਗੁਰੂ ਪਾਸੋਂ ਉੱਤਰ ਲਿਆ ਕੇ ਦਿਓ, ਮੈਂ ਤੁਹਾਡੇ ਕੋਲ ਕੱਲ੍ਹ ਉੱਤਰ ਲਵਾਂਗਾ, ਤੁਸੀਂ ਉੱਤਰ ਲੈ ਕੇ ਰੱਖਿਓ। ਇਵੇਂ ਕਹਿ ਕੇ ਗਾਂਹ ਚਲਾ ਗਿਆ। ਇਹ ਜਿਹੜੇ ਵਿਚਾਰੇ ਕੰਮ ਕਰਦੇ ਸੀ ਸਾਰੀ ਦਿਹਾੜੀ ਸੇਵਾ ਕਰਦੇ ਰਹੇ। ਸ਼ਾਮ ਦੇ ਦੀਵਾਨ ਲੱਗੇ, ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਮਹਾਰਾਜ ਇੱਕ ਰੋਪੜ ਦਾ ਮੁਸਲਮਾਨ ਪੀਰ ਹੈ, ਉਸ ਨੇ ਨਗਰੀ ਵਸਾਉਂਦੇ ਹੋਏ ਇਹ ਕੰਮ ਧੰਦੇ ਦੇਖਦੇ ਉਹਨੇ ਇਹ ਗੱਲ ਕਹੀ ਹੈ ਵੀ ਗੁਰੂ ਕੀ ਤੇ ਨਗਰ ਵਸਾਉਣਾ ਕੀ? ਅਤੇ ਉਹਨਾਂ ਕਿਹਾ ਵੀ ਮੈਨੂੰ ਉੱਤਰ ਚਾਹੀਦਾ, ਉੱਤਰ ਆਪ ਜੀ ਗੁਰੂ ਸਾਹਿਬ ਜੀ ਦਿਓ ਤਾਂ ਜੋ ਅਸੀਂ ਉਹਨੂੰ ਦੇ ਦਾਂਗੇ। ਮਹਾਰਾਜ ਕਹਿੰਦੇ ਵੀ ਉਹ ਪੀਰ ਨੂੰ ਹੀ ਉੱਤਰ ਸਾਹਮਣੇ ਦਿਆਂਗੇ।
ਕਹਿੰਦੇ ਠੀਕ ਹੈ ਮਹਾਰਾਜ। ਉਹ ਅਗਲੇ ਦਿਨ ਫਿਰ ਉੱਥੇ ਦੂਜੇ ਦਿਨ ਜਦੋਂ ਪੀਰ ਵਾਪਸ ਆਇਆ, ਕਹਿਣ ਲੱਗਾ ਵੀ ਹਾਂ ਵੀ ਦੱਸੋ ਉੱਤਰ ਲਿਆ ਤੁਸੀਂ ਗੁਰੂ ਪਾਸੋਂ, ਕੀ ਆਖਿਆ ਮਹਾਰਾਜ ਨੇ? ਕਹਿੰਦੇ ਆ ਵੀ ਗੁਰੂ ਸਾਹਿਬ ਕਹਿੰਦੇ ਪੀਰ ਨੂੰ ਉੱਤਰ ਅਸੀਂ ਆਪ ਆਪਣੇ ਸਾਹਮਣੇ ਦਿਆਂਗੇ। ਇਹ ਸੁਣ ਕੇ ਪੀਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸ ਆ ਗਿਆ, ਦਰਸ਼ਨ ਕੀਤੇ, ਨਿਹਾਲ ਹੋਇਆ, ਮੱਥਾ ਟੇਕ ਕੇ ਸਾਹਮਣੇ ਬੈਠ ਗਿਆ। ਗੁਰੂ ਸਾਹਿਬ ਜੀ ਕਹਿਣ ਲੱਗੇ ਪੀਰ ਜੀ ਉੱਤਰ ਲੈਣਾ ਚਾਹੁੰਦੇ ਹੋ ਜਾਂ ਅੱਖੀਂ ਦੇਖਣਾ ਚਾਹੁੰਦੇ ਆ? ਕਹਿੰਦਾ ਮਹਾਰਾਜ ਅੱਖੀਂ ਦਿਖਾ ਦਿਓ ਤੇ ਇਦੋਂ ਮੈਨੂੰ ਕੀ ਚੰਗਾ, ਜੋ ਅੱਖਾਂ ਨਾਲ ਵੇਖਿਆ ਜਾਵੇ ਤਾਂ ਸੱਚ ਮੰਨਿਆ ਹੀ ਜਾਂਦਾ, ਤੁਸੀਂ ਦਿਖਾ ਹੀ ਦਿਓ। ਗੁਰੂ ਸਾਹਿਬ ਕਹਿੰਦੇ ਨੇਤਰ ਮੀਟ। ਜਦੋਂ ਨੇਤਰ ਮੂੰਦੇ ਬੰਦ ਕੀਤੇ ਹੈ, ਇਹ ਪੀਰ ਨੂੰ ਸਵਰਗ ਦੇ ਦਰਸ਼ਨ ਹੋਏ ਹੈ। ਉੱਥੇ ਬੜੇ ਸੋਹਣੇ ਸੋਹਣੇ ਸੁੰਦਰ ਮਕਾਨ, ਬੜੇ ਉੱਥੇ ਸੁੱਖ ਲੈ ਰਹੇ ਜਿਹੜੇ ਜੀਵ ਸਵਰਗ ਵਿੱਚ ਗਏ ਹੋਏ ਹੈ। ਉਹਨਾਂ ਵਿੱਚੋਂ ਇੱਕ ਸੋਹਣੇ ਮੰਦਰ, ਸੋਨੇ ਦੇ ਮਕਾਨ ਵਿੱਚ ਬਣਿਆ ਹੋਇਆ ਇੱਕ ਸਰਦਾਰ ਬੈਠਾ ਹੈ। ਸੋਨੇ ਦੇ ਜਿਹੜੇ ਪਾਵੇ ਹੈ ਪਲੰਘ ਦੇ, ਸੋਹਣੇ ਰੇਸ਼ਮ ਦੀਆਂ ਡੋਰਾਂ ਦੇ ਨਾਲ ਉਹ ਪਲੰਘ ਜਿਹੜਾ ਹੈ ਉਣਿਆ ਹੋਇਆ ਹੈ। ਉਹ 'ਤੇ ਸਰਦਾਰ ਬੈਠਾ ਹੈ, ਬੜਾ ਸੋਹਣੇ ਰੂਪ ਵਾਲਾ, ਹੁਕਮ ਕਰਦਾ ਮੌਜਾਂ ਮਾਣ ਰਿਹਾ ਹੈ। ਵੇਖ ਕੇ ਪੀਰ ਕੋਲ ਚਲਾ ਗਿਆ, ਕਹਿਣ ਲੱਗਾ ਵੀ ਤੂੰ ਐਸਾ ਕਿਹੜਾ ਪੁੰਨ ਕੀਤਾ ਹੈ ਜਿਹਦੇ ਕਰਕੇ ਵੀ ਤੂੰ ਇੰਨੇ ਸੁੱਖ ਮਾਣ ਰਿਹਾ ਅਤੇ ਹੁਕਮ ਕਰ ਰਿਹਾ? ਉਸ ਵੇਲੇ ਸਾਧ ਸੰਗਤ ਜੀ ਉਹ ਜੋ ਸਰਦਾਰ ਬਣੀ ਬੈਠਾ ਸੀ ਉਹਦੇ ਨੇਤਰ ਭਰ ਆਏ, ਅੱਖਾਂ ਭਰ ਆਈਆਂ ਨੇ, ਅਤੇ ਅੱਖਾਂ ਭਰ ਕੇ ਕਹਿਣ ਲੱਗਾ ਵੀ ਮੈਂ ਪੁੰਨ ਕੀ ਕਰਨਾ ਸੀ, ਮੈਂ ਕਾਹਦਾ ਪੁੰਨ ਕਰ ਸਕਦਾ? ਪਿਛਲਾ ਜਨਮ ਮੇਰਾ ਤਾਮਸੀ ਜੂਨ ਦਾ ਸੀ, ਮੈਂ ਸ਼ੇਰ ਸਾਂ, ਅਤੇ ਮੈਂ ਜਾਨਵਰ ਨੇ ਕੀ ਪੁੰਨ ਕਰਨਾ ਸੀ? ਇੱਕ ਦਿਨ ਦੀ ਗੱਲ ਹੈ ਵੀ ਮੈਂ ਆਪਣਾ ਭੋਜਨ ਸ਼ਿਕਾਰ ਖੇਡ ਕੇ ਭੋਜਨ ਛਕ ਕੇ ਪੂਰਾ ਰੱਜਿਆ ਸਾਂ, ਸ਼ਿਕਾਰ ਕਰਕੇ ਮੈਂ ਪੇਟ ਮੇਰਾ ਭਰਿਆ ਹੋਇਆ ਸੀ। ਇੱਧਰ ਉਸ ਦਿਨ ਹੀ ਬੜੀ ਅੰਨੀ ਹਨੇਰੀ ਵਗੀ, ਕੱਕਰ ਪਾਲੇ ਦਾ ਸਮਾਂ ਸੀ, ਠੰਡ ਬੜੀ ਪੈ ਰਹੀ। ਕੱਕਰ ਪਾਲੇ ਤੰਗ ਕੀਤੇ ਹੋਏ ਦੋ ਜਿਹੜੇ ਮਹਾਤਮਾ ਮੇਰੇ ਘੋਰਨੇ ਵਿੱਚ ਆ ਕੇ ਬੈਠ ਗਏ। ਜਦੋਂ ਘੋਰਨੇ ਵਿੱਚ ਆ ਕੇ ਬੈਠ ਗਏ, ਇੱਧਰ ਠੰਡ ਕਹਿੰਦਾ ਬੜੀ ਪੈਣ ਲੱਗ ਪਈ। ਉਹ ਮਹਾਤਮਾ ਘੋਰਨੇ ਵਿੱਚ ਬੈਠੇ, ਜਦੋਂ ਉਹਨਾਂ ਨੇ ਇਹ ਵੇਖਿਆ ਵੀ ਇੱਥੇ ਸ਼ੇਰ ਦੇ ਪੈੜ ਲੱਗੀ ਹੈ, ਸ਼ੇਰ ਦੇ ਪੈਰ ਲੱਗੇ, ਉਹ ਬੜੇ ਡਰੇ ਉਸ ਵੇਲੇ। ਇੱਧਰੋਂ ਇਹ ਕਹਿੰਦਾ ਵੀ ਮੈਂ ਸੋਚਿਆ ਵੀ ਮੈਂ ਠੰਡ ਬੜੀ ਪੈ ਰਹੀ ਹੈ, ਬਾਰਿਸ਼ ਹੋਣੀ ਸ਼ੁਰੂ ਹੋ ਗਈ, ਜਿਸ ਕਰਕੇ ਵੀ ਚੱਲ ਆਪਣੇ ਘੋਰਨੇ 'ਚ ਜਾ ਕੇ ਵੜ ਜਾਵਾਂ। ਜਦੋਂ ਮੈਂ ਵਾਪਸ ਆਇਆ ਅਤੇ ਕੀ ਮੈਨੂੰ ਮੁਸ਼ਕ ਆਈ ਦੋ ਮਨੁੱਖਾਂ ਦੀ ਜਦੋਂ ਮੁਸ਼ਕ ਆਈ, ਮੈਂ ਸੋਚਿਆ ਵੀ ਜੇ ਮੈਂ ਅੰਦਰ ਚਲਾ ਗਿਆ, ਮੈਨੂੰ ਉਹ ਦੇਖ ਕੇ ਵੀ ਇਹ ਸ਼ੇਰ ਆ ਗਿਆ, ਮੇਰਾ ਮੂੰਹ ਹੀ ਖੂਨ ਨਾਲ ਲਿਬੜਿਆ ਹੋਇਆ ਸੀ ਵੀ ਉਹ ਜਿਹੜੇ ਅੰਦਰ ਵੜੇ ਨਾ ਮਨੁੱਖ, ਉਹ ਮੈਨੂੰ ਵੇਖ ਕੇ ਡਰ ਕੇ ਮਰ ਜਾਣਗੇ। ਮਨਾ ਤੂੰ ਕਾਹਨੂੰ ਅੰਦਰ ਜਾਣਾ, ਤੂੰ ਇੱਥੇ ਬਾਹਰ ਹੀ ਰਾਤ ਗੁਜ਼ਾਰ ਲਾ, ਅੱਜ ਉਹਨਾਂ ਨੂੰ ਰਹਿਣ ਦੇ, ਉੱਥੇ ਉਹਦੇ ਮਹਿਮਾਨ ਆਏ ਤੇਰੇ ਕੋਲ। ਇਹ ਗੱਲ ਵਿਚਾਰ ਕੇ ਕਹਿੰਦਾ ਵੀ ਮੈਂ ਬਾਹਰ ਹੀ ਰਿਹਾ। ਉਹ ਰੱਬ ਦੀ ਐਸੀ ਮਰਜ਼ੀ ਹੋਈ, ਠੰਡ ਬੜੀ, ਉੱਤੋਂ ਵਰਖਾ ਬੜੀ ਤੇਜ਼ ਪੈ ਗਈ, ਗੜੇ ਪੈਣੇ ਸ਼ੁਰੂ ਹੋ ਗਏ। ਗੜੇ ਪੈ ਕੇ ਉਹ ਠੰਡ ਦੇ ਨਾਲ ਹੀ ਮੈਂ ਬਾਹਰ ਹੀ ਸਾਰੀ ਰਾਤ ਬਤੀਤ ਕੀਤੀ। ਬਰਫ਼ ਦੇ ਗੜੇ ਪੈਣੇ ਕਰਕੇ ਠੰਡ ਨਾਲ ਹੀ ਮੇਰਾ ਸਰੀਰ ਸ਼ਾਂਤ ਹੋ ਗਿਆ। ਜਦੋਂ ਸਵੇਰ ਹੋਈ, ਉਹ ਮਹਾਤਮਾ ਘੋਰਨੇ 'ਚੋਂ ਬਾਹਰ ਆਏ। ਉਹਨਾਂ ਵੇਖਿਆ ਵੀ ਇਹ ਸ਼ੇਰ ਨੇ ਸਾਡੇ ਲਈ ਜਾਨ ਦਿੱਤੀ ਆਪਣੀ, ਇਹਨੂੰ ਕੋਈ ਨਾ ਕੋਈ ਪੁੰਨ ਜ਼ਰੂਰ ਮਿਲਣਾ ਚਾਹੀਦਾ। ਉਸ ਵੇਲੇ ਉਹ ਮਹਾਤਮਾ ਇੱਕ ਦੂਜੇ ਨੂੰ ਕਹਿੰਦੇ ਵੀ ਇਹਨੂੰ ਪੁੰਨ ਜ਼ਰੂਰ ਮਿਲਣਾ ਚਾਹੀਦਾ। ਉਹਨਾਂ ਮਹਾਤਮਾ ਨੇ ਆਪਣਾ ਚਰਨ ਜਿਹੜਾ ਮੇਰੇ ਮੱਥੇ 'ਤੇ ਛੁਹਾਇਆ। ਜਦੋਂ ਮੱਥੇ 'ਤੇ ਛੁਹਾਇਆ, ਉਹਦਾ ਫਲ ਮੈਨੂੰ ਇਹ ਮਿਲਿਆ ਪੁੰਨ ਵੀ ਬੈਕੁੰਠ ਵਿੱਚ ਮੈਂ ਗਿਆ। ਬੈਕੁੰਠ 'ਚ ਆਗਿਆ ਹੋਈ ਵੀ ਇਹਨੇ ਉਹ ਮਹਾਤਮ ਜਨਾਂ ਵਾਸਤੇ ਆਪਣਾ ਘੋਰਨਾ ਛੱਡਿਆ ਰਾਤ ਇੱਕ, ਇਸ ਕਰਕੇ ਇਹਨੂੰ ਸਵਰਗ ਵਿੱਚ ਸੋਹਣੇ ਮੰਦਰ ਮਕਾਨ ਦਿੱਤੇ ਜਾਣ, ਇਹਨੂੰ ਉੱਥੇ ਸਵਰਗ ਦੇ ਸੁੱਖ ਦਿੱਤੇ ਜਾਣ। ਤਾਂ ਕਰਕੇ ਕਹਿੰਦਾ ਮੈਨੂੰ ਸਵਰਗ ਦੇ ਸੁੱਖ ਮਿਲੇ ਹੈ। ਮੈਂ ਪੁੰਨ ਕੀ ਕਰਨਾ ਸੀ? ਧੰਨ ਹੈ ਮਾਤ ਲੋਕ ਦੇ ਜੀਵ ਜਿਹੜੇ ਉੱਥੇ ਪੁੰਨ ਕਰਮ ਕਰਦੇ ਅਤੇ ਨਾਲੇ ਪਰਮੇਸ਼ਰ ਦੀ ਬੰਦਗੀ ਕਰਦੇ ਹੈ, ਉਹ ਅਖੰਡ ਸੁੱਖ ਨੂੰ ਪਾ ਲੈਂਦੇ, ਉਹ ਸੁੱਖ ਮਾਣ ਪਾ ਲੈਂਦੇ ਜਿਹੜੇ ਰੱਬ ਦਾ ਨਾਂ ਲੈਂਦੇ ਹੋਏ ਪੁੰਨ ਕਰਦੇ ਹੈ। ਮੈਂ ਪੁੰਨ ਕੀ ਕਰ ਸਕਦਾ ਸਾਂ? ਜਾਨਵਰ ਸੀ ਮੈਂ, ਅਤੇ ਉਹਦੇ ਮਹਾਤਮਾ ਜਨਾਂ ਦੀ ਸੇਵਾ ਇੱਕ ਦਿਨ ਇੱਕ ਰਾਤ ਕੀਤੀ ਤਾਂ ਐਸਾ ਫਲ ਮਿਲ ਗਿਆ।
ਉਸ ਵੇਲੇ ਇਹ ਜਿਹੜੇ ਪੀਰ ਨੇ ਸਾਰਾ ਕੁਝ ਵੇਖਿਆ। ਗੁਰੂ ਸਾਹਿਬ ਕਹਿੰਦੇ ਪੀਰ ਜੀ ਨੇਤਰ ਖੋਲ੍ਹੋ। ਜਦੋਂ ਨੇਤਰ ਖੋਲ੍ਹੇ ਮਹਾਰਾਜ ਕਹਿੰਦੇ ਹਾਂ ਵੀ ਦੱਸ ਭਾਈ ਕਿੰਨਾ ਕੁ ਪੁੰਨ ਹੈ। ਇਹ ਕਹਿਣ ਲੱਗਾ ਮਹਾਰਾਜ ਸੱਚਾ ਪਾਤਸ਼ਾਹ ਇਹ ਇੱਕ ਰਾਤ ਉਹਨੇ ਘੋਰ ਨੇ ਆਪਣੇ ਵਿੱਚ ਮਹਾਤਮਾ ਜਨਾਂ ਨੂੰ ਥਾਂ ਦਿੱਤੀ ਹੈ ਅਤੇ ਸਵਰਗ ਦਾ ਸੁੱਖ ਮਿਲ ਗਿਆ। ਅਤੇ ਤੁਸੀਂ ਦੇ ਕਿੰਨਿਆਂ ਦੇ ਘਰ ਵਸਾ ਰਹੇ ਹੋ, ਕਿੰਨੇ ਲੰਗਰ ਚੱਲ ਰਹੇ ਹੈ, ਕਿੰਨੇ ਧਾਰਮਿਕ ਸਥਾਨ ਬਣਾ ਰਹੇ ਹੋ, ਕਿੰਨੀਆਂ ਸਰਾਵਾਂ ਬਣਾ ਰਹੇ ਹੋ, ਆਏ ਗਇਆਂ ਦੇ ਮੂੰਹ ਵਿੱਚ ਮਹਾਰਾਜ ਪ੍ਰਸ਼ਾਦੇ ਪਾ ਰਹੇ ਹੋ। ਇਹ ਜਿਹੜਾ ਤੁਹਾਡਾ ਪੁੰਨ ਇਹਦਾ ਮੈਂ ਤੋਟਾ ਕਹਿ ਸਕਦਾ, ਇਹਦੀ ਤੋਟ ਮੈਂ ਕਹਿ ਸਕਦਾ ਵੀ ਕਿੰਨੀ ਕੁ ਇਹਦੀ ਤੋਟ ਹੈ, ਇਹਦਾ ਕਿੰਨਾ ਕੁ ਅੰਦਾਜ਼ਾ ਹੈ। ਇਹ ਪੁੰਨ ਤਾਂ ਮਹਾਰਾਜ ਮੈਂ ਕਹਿ ਹੀ ਨਹੀਂ ਸਕਦਾ ਵੀ ਇਹਦਾ ਕਿੰਨਾ ਫਲ ਹੈ। ਮੈਨੂੰ ਸੰਸਾ ਸੀ, ਉਹ ਮੇਰਾ ਸੰਸਾ ਤੁਸੀਂ ਦੂਰ ਕਰ ਦਿੱਤਾ। ਤੁਹਾਡੇ ਇਸ ਪੁੰਨ ਦਾ ਤਾਂ ਫਲ ਹੀ ਬੜਾ ਮਹਾਨ ਹੈ। ਕੀ ਕਹਿ ਸਕਦੇ ਇਹ ਪੁੰਨ ਦਾ ਫਲ, ਇਹ ਤਾਂ ਜ਼ਬਾਨ ਕਹਿ ਹੀ ਨਹੀਂ ਸਕਦੀ ਤੁਹਾਡੇ ਉਪਕਾਰ ਨੂੰ। ਐਵੇਂ ਉਹ ਸੰਸਾ ਨਿਵਰਤ ਕੀਤਾ ਸੀ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪਣਾ ਤਾਂ ਕੋਈ ਸਵਾਰਥ ਨਹੀਂ ਨਾ। ਇਸ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਸਾਈ ਗੁਰੂ ਸਾਹਿਬ ਜੀ ਨੇ ਭਲੇ ਕਰਨ ਵਾਸਤੇ। ਇਵੇਂ ਸਾਧ ਸੰਗਤ ਜੀ ਇੱਥੇ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੀ ਬਾਣੀ ਸੁਣ ਕੇ ਬਾਲ ਗੰਦਾਈ ਤੋਂ ਵੀ ਤੂੰ ਧਾਨੀ ਹੈ ਨਾ, ਵੀ ਜੋ ਆਪ ਭਖਰੇ ਦੀ ਰੋਟੀ 'ਤੇ ਸਾਗ ਪਾ ਕੇ ਖਾਣਾ ਹੈ, ਮੌਜਾਂ ਨਹੀਂ ਮਾਣਦਾ ਹੈ, ਦੂਸਰਿਆਂ ਦੇ ਭਲੇ ਵਾਸਤੇ ਜਿਹੜੇ ਕੋਈ ਨੰਗਾ ਆਉਂਦਾ ਉਹਨੂੰ ਕੱਪੜਾ ਦੇਣਾ ਹੈ, ਸੋਹਣੇ ਸੋਹਣੇ ਭੋਜਨ ਛਕਾਉਣਾ ਹੈ, ਅਤੇ ਆਰਾਮ ਕਰਨ ਵਾਸਤੇ ਮਕਾਨ ਚੰਗੇ ਦੇਣਾ, ਵੀ ਤੂੰ ਤਾਂ ਧਾਨੀ ਹੈ। ਇਵੇਂ ਅਦਕ ਪ੍ਰਸ਼ੰਸਾ ਗੁਰੂ ਬਖਾਨੀ ਬੜੀ ਵਡਿਆਈ ਕੀਤੀ ਹੈ ਵੀ ਤਿਆਗੀ ਹੋਵੇ ਅਤੇ ਤੇਰੇ ਵਰਗਾ ਹੋਵੇ ਬਾਲ ਗੰਦਾਈ। ਸਰਬ ਜੋਗੀਆਂ ਕੇਰ ਮਝਾਰੀ, ਬਾਲ ਗੰਦਾਈ ਸਾਧੂ ਤੂੰ ਸਾਰੇ ਜੋਗੀਆਂ ਦੇ ਵਿੱਚ ਉੱਤਮ ਤਮ ਚਿਤ ਮਤ ਉਪਕਾਰੀ। ਤੂੰ ਬਹੁਤ ਉੱਤਮ ਮਹਾਨ ਹੈ, ਤੇਰੀ ਮਹਿਮਾ ਵੀ ਮਹਾਨ ਹੈ, ਤੇਰਾ ਚਿੱਤ ਬੜਾ, ਤੇਰੀ ਸੋਚ ਵੱਡੀ ਹੈ, ਤੇਰਾ ਚਿੱਤ ਬੜਾ ਸਾਫ ਸੁਥਰਾ ਹੈ, ਮੱਤ ਬੜੀ ਉੱਚੀ ਸੁੱਚੀ ਹੈ, ਬੜਾ ਉਪਕਾਰੀ ਹੈ ਤੂੰ। ਏਕ ਨਿਸਾ ਬਸ ਕਰ ਤਿਹ ਥਾਨਾ, ਇੱਕ ਰਾਤ ਮਹਾਰਾਜ ਇਹ ਸਭ ਕੁਝ ਦੇ ਕੇ ਉਪਦੇਸ਼ ਦੇ ਕੇ ਬਾਲ ਗੰਦਾਈ ਦੇ ਡੇਰੇ ਵਿੱਚ ਇੱਕ ਰਾਤ ਮਹਾਰਾਜ ਨੇ ਰਹੇ ਹੈ। ਭੋਰ ਹੋਤ ਗੁਰ ਕੀਨ ਪਿਆਨਾ, ਜਦੋਂ ਹੀ ਸਵੇਰ ਹੋਈ ਸਤਿਗੁਰੂ ਜੀ ਨੇ ਅੱਗੇ ਚੱਲਣਾ ਕੀਤਾ। ਪੁਨ ਸਲ ਕੋਟ ਬਿਖਾ ਚਲ ਆਏ, ਇਹ ਸਤਿਗੁਰੂ ਜੀ ਜੋ ਸਿਆਲਕੋਟ ਇੱਥੇ ਚੱਲ ਕੇ ਆ ਗਏ ਹੈ। ਮੁਝ ਤੋਂ ਐਸੇ ਬਚਨ ਲਾਏ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਮੈਨੂੰ ਸਤਿਗੁਰੂ ਜੀ ਨੇ ਐਸੇ ਬਚਨ ਜਿਹੜੇ ਕਹੇ ਉਸ ਵੇਲੇ ਜੋ ਸਿਆਲਕੋਟ ਵਿੱਚ ਆਏ। ਇਵੇਂ ਜਿਹੜਾ ਸਾਧ ਸੰਗਤ ਜੀ ਅੱਗੇ ਪ੍ਰਸੰਗ ਭਾਈ ਮੂਲੇ ਦਾ ਆਏਗਾ। ਜਿਵੇਂ ਭਾਈ ਮੂਲਾ ਸਤਿਗੁਰੂ ਜੀ ਨਾਲ ਪਹਿਲਾਂ ਜਦੋਂ ਲਿਖਿਆ ਸੀ ਵੀ ਜਿਉਣਾ ਝੂਠ ਮਰਨਾ ਸੱਚ, ਅਤੇ ਗੁਰੂ ਸਾਹਿਬ ਜੀ ਨੇ ਉਹ ਫਿਰ ਪਰਖ ਵਾਸਤੇ ਲੈ ਕੇ ਗਏ ਸਨ। ਅਤੇ ਜਦੋਂ ਕਿਹਾ ਵੀ ਘਰ ਵਾਲੀ ਤੇਰੀ ਵੀ ਐਵੇਂ ਮਰ ਚੱਲੀ ਹੈ, ਜੇ ਤੇ ਤੂੰ ਮੋਹ ਛੱਡਿਆ ਤਾਂ ਫਿਰ ਸਾਡੇ ਕੋਈ ਰਹਿ, ਜੇ ਮੋਹ ਹੈ ਤਾਂ ਫਿਰ ਤੂੰ ਚਲਿਆ ਜਾ। ਇਹ ਕਹਿੰਦਾ ਮਹਾਰਾਜ ਕੀ ਕਰੀਏ, ਘਰ ਵਾਲੀ ਸੜ ਜਾਏਗੀ, ਮੈਂ ਜਾਊਂ ਕਿਵੇਂ, ਥਾਂ ਵੀ ਸਮਾਂ ਵੀ ਬੜਾ ਲੱਗ ਜਾਏਗਾ, ਉਹ ਤਿੰਨ ਚਿਰ ਨੂੰ ਭਸਮ ਹੋ ਜਾਏਗੀ। ਮਹਾਰਾਜ ਹੱਸੇ ਵੀ ਵੇਖੋ ਇਹ ਕਹਿੰਦੇ ਹੈਗੇ ਆ ਵੀ ਜਿਉਣਾ ਝੂਠ ਮਰਨਾ ਸੱਚ, ਪਰ ਉਹ ਅੰਦਰ ਨਹੀਂ ਅਜੇ ਵਚਨ ਗਿਆ, ਧਾਰਨ ਨਹੀਂ ਕੀਤਾ। ਹੱਸੇ ਅਤੇ ਕਹਿੰਦੇ ਵੀ ਨੇਤਰ ਬੰਦ ਕਰ ਭਾਈ ਮੂਲੇ। ਉਹ ਨੇਤਰ ਬੰਦ ਕੀਤੇ ਅਤੇ ਜਦੋਂ ਖੋਲ੍ਹੇ ਤਾਂ ਸਿੱਧਾ ਘਰ ਹੀ ਪਹੁੰਚੇ ਹੋਏ। ਜੋ ਚਲੇ ਗਏ ਸਨ ਉਸ ਭਾਈ ਮੂਲੇ ਨੂੰ ਸਤਿਗੁਰੂ ਜੀ ਫੇਰ ਲੈਣ ਆਏ। ਜਿਵੇਂ ਭਾਈ ਮੂਲਾ ਘਰ ਵਾਲੀ ਦੇ ਪਿੱਛੇ ਲੱਗ ਕੇ ਬੇਮੁਖ ਹੁੰਦਾ ਹੈ, ਉਹ ਪ੍ਰਸੰਗ ਜਿਹੜਾ ਰਹਿੰਦਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਕੱਲ੍ਹ ਨਾਲੇ ਪ੍ਰਸੰਗ ਦੀ ਸਮਾਪਤੀ ਵੀ ਇਹਦੀ ਹੋ ਜਾਏਗੀ। ਇਸ ਤਰ੍ਹਾਂ ਕੱਲ੍ਹ ਵਿੱਚ ਕਥਾ ਵਿਚਾਰ ਸਰਵਣ ਕਰਾਂਗੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ ਨਾਲ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਏਕ ਨਿਸਾ ਬਸ ਕਰ ਤਿਹ ਥਾਨਾ, ਭੋਰ ਹੋਤ ਗੁਰ ਕੀਨ ਪਿਆਨਾ, ਪੁਨ ਸਲ ਕੋਟ ਬਿਖਾ ਚਲ ਆਏ, ਮੁਝ ਸੋ ਐਸੇ ਬਚਨ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।